आज साडा मौजूद ने गोपाल मंदिर दे जनरल सैकटरी सुनील नंद जी ते इन्हां कोल कुछ मंदिर दी जानकारी हासिल करांगे। सुनील नंद जी, मंदिर दी मौजूद प्रबंधक कमेटियां वालों किस तरह दे नवीनीकरण कीते गए हैं अते शहर निवासियों ने किहड़े-किहड़े सेवावां उपलब्ध कराउण दे इंतजाम कीते गए। सब तो पहला सारे मंदिर के सारे मैंबर साहिबाना नूं, इलाका निवासियों नूं ते सारे शहर वासियों नूं मेरा प्यार भरिया नमस्कार। मैं सुनील आनंद बतौर जनरल सैकटरी श्री गोपाल मंदिर, साडे प्रधान श्री कैलाश कल्लन जी अते साडी समूह प्रबंधक कमेटी वालों साडे उन्हां सारे संस्थापक मैंबरां दा कोटि कोटि धन्नवाद करना चाहना ਅਤੇ ਉਹਨਾਂ ਸਾਰੇ ਭਗਤਾਂ ਦਾ ਕੋटि कोटि ਧੰਨਵਾਦ ਕਰਨਾ ਚਾਹਨਾ ਜਿਨ੍ਹਾਂ ਦੇ ਯਤਨਾਂ ਅਨੁਸਾਰ ਇਸ ਮੰਦਿਰ ਦੀ ਨੀਂਹ ਰੱਖੀ ਗਈ ਅਤੇ ਉਹਨਾਂ ਦੇ ਸਹਿਯੋਗ ਨਾਲ ਮੰਦਿਰ ਨੂੰ ਇੱਥੋਂ ਤੱਕ ਪਹੁੰਚਾਇਆ ਗਿਆ। ਇਸ ਤੋਂ ਬਾਅਦ ਮੈਂ ਉਹਨਾਂ ਸਾਰੇ ਭਗਤਾਂ ਦਾ ਵੀ ਕੋटि कोटि ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਦੇ ਪੂਰਨ ਯੋਗ ਨਾਲ ਹਰ ਪ੍ਰਕਾਰ ਦੇ ਹਰ ਕਿਸਮ ਦੇ ਸਹਿਯੋਗ ਨਾਲ ਮੰਦਿਰ ਕਮੇਟੀ ਨੇ ਉਹਨਾਂ ਦੇ ਕੀਤੇ ਸਹਿਯੋਗ ਦਾ ਸਹੀ ਪ੍ਰਯੋਗ ਕਰਦਿਆਂ ਮੰਦਿਰ ਦਾ ਆਧੁਨਿਕ ਤੌਰ ਤੇ ਨਵੀਨੀਕਰਨ ਕੀਤਾ। ਇਸ ਨਵੀਨੀਕਰਨ ਦੌਰਾਨ ਸਭ ਤੋਂ ਪਹਿਲਾਂ ਪ੍ਰਭੂ ਦਰਬਾਰਾਂ ਦਾ ਆਧੁਨਿਕ ਤੌਰ ਤੇ ਨਵੀਨੀਕਰਨ ਕੀਤਾ ਗਿਆ। ਜਿਹੜੇ ਦਰਬਾਰਾਂ ਦੇ ਵਿੱਚ ਪ੍ਰਭੂ ਦੇ ਦਰਬਾਰਾਂ ਦੇ ਵਿੱਚ ਏਸੀ ਨਹੀਂ ਉਪਲਬਧ ਸੀ ਉਹਨਾਂ ਦੇ ਵਿੱਚ ਏਸੀਆਂ ਦਾ ਇੰਤਜ਼ਾਮ ਕੀਤਾ ਗਿਆ। ਮੰਦਿਰ ਦੇ ਵਿੱਚ ਜਿਹੜੇ 2 ਜਨਤਕ ਹਾਲ ਸੀਗੇ ਉਹਨਾਂ ਪਬਲਿਕ ਦੀ ਭਗਤਾਂ ਦੀ ਤੇ ਜਨਤਾ ਦੀ ਸਹੂਲੀਅਤ ਵਾਸਤੇ ਉਹਨਾਂ ਦੀਆਂ ਸੁਵਿਧਾਵਾਂ ਵਾਸਤੇ ਇਹਨਾਂ ਨੂੰ ਸੈਂਟਰਲੀ 에ਅਰ ਕੰਡੀਸ਼ਨ ਕੀਤਾ ਗਿਆ। ਸਮਾਜ ਵਿੱਚ ਹਰ ਦਿਨ ਵੱਧ ਰਹੀਆਂ ਮੈਡੀਕਲ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦਿਆਂ ਤੇ ਮਹਿੰਗਾਈ ਨੂੰ ਧਿਆਨ ਦੇ ਵਿੱਚ ਰੱਖਦਿਆਂ ਸਾਡੀ ਪ੍ਰਬੰਧਕ ਕਮੇਟੀ ਵੱਲੋਂ ਇੱਕ ਫੁੱਲੀ ਆਟੋਮੈਟਿਕ ਮਸ਼ੀਨਰੀ ਦੇ ਨਾਲ ਫੁੱਲੀ ਐਡਵਾਂਸਡ ਮਸ਼ੀਨਰੀ ਦੇ ਨਾਲ ਇੱਕ ਲੈਬੋਰਟਰੀ ਦੀ ਸਥਾਪਨਾ ਕੀਤੀ ਗਈ ਹੈ ਜਿੱਥੇ ਬਾਜ਼ਾਰ ਨਾਲੋਂ ਸਾਰੇ ਟੈਸਟ ਅੱਧੇ ਰੇਟ ਦੇ ਉੱਤੇ ਉਪਲਬਧ ਕਰਵਾਏ ਜਾਂਦੇ ਹਨ। ਸੁਨੀਲ ਜੀ, ਇਸ ਲੈਬੋਰਟਰੀ ਵਿੱਚ ਕੋਈ ਡਾਕਟਰੀ ਸੇਵਾਵਾਂ ਜਾਂ ਹਰ ਦਿਨ ਹੋਣ ਵਾਲੀ ਈਸੀਜੀ ਦਾ ਕੋਈ ਪ੍ਰਬੰਧ ਕੀਤਾ ਗਿਆ ਹੈ? ਬਿਲਕੁਲ ਜੀ, ਇਸ ਲੈਬੋਰਟਰੀ ਵਿੱਚ 12 ਚੈਨਲ ਈਸੀਜੀ ਮਸ਼ੀਨ ਦੀ ਉਪਲਬਧਤਾ ਵੀ ਕਰਾਈ ਗਈ ਹੈ ਜਿਸ ਦਾ ਸ਼ੁਲਕ ਮਾਤਰ ਕੇਵਲ 60 ਰੁਪਏ ਰੱਖਿਆ ਗਿਆ ਹੈ। ਇਸ ਦੇ ਨਾਲ ਇਸ ਲੈਬੋਰਟਰੀ ਵਿੱਚ ਇਸ ਹੈਲਥ ਕੇਅਰ ਯੂਨਿਟ ਦੇ ਵਿੱਚ ਡਾਕਟਰੀ ਸੇਵਾਵਾਂ ਦਾ ਵੀ ਜਿਹੜਾ ਪ੍ਰਬੰਧ ਕੀਤਾ ਗਿਆ ਜਿਸ ਦਾ ਸ਼ੁਲਕ ਸਿਰਫ 20 ਰੁਪਏ ਰੱਖਿਆ ਗਿਆ ਹੈ ਜੋ ਇਹਨਾਂ ਸੇਵਾਵਾਂ ਦਾ ਲਾਭ ਸਮਾਜ ਦੇ ਹਰ ਇੱਕ ਵਰਗ ਤੱਕ ਘਰ ਘਰ ਤੱਕ ਪਹੁੰਚਾਇਆ ਜਾ ਸਕੇ। ਇਸ ਦੇ ਇਲਾਵਾ ਸਮੇਂ ਅਨੁਸਾਰ ਇੱਥੇ ਇਸ ਲੈਬੋਰਟਰੀ ਦੇ ਵਿੱਚ ਗਰੀਬਾਂ ਵਾਸਤੇ ਫ੍ਰੀ ਕੈਂਪ ਵੀ ਲਗਾਏ ਜਾਂਦੇ ਹਨ ਜਿਸ ਦੇ ਵਿੱਚ ਫ੍ਰੀ ਸ਼ੂਗਰ, ਫ੍ਰੀ ਬੀਪੀ ਤੇ ਕਈ ਵਾਰ ਜਿਹੜੀ ਫ੍ਰੀ ਈਸੀਜੀ ਦੀ सेवा भी गरीब लोगों वास्ते उपलब्ध कराई जाती है। मेरी जानकारी मुताबिक इस लैब का इंतजाम दूसरी मंजिल पे किया गया है कि साडे दर्शकों को दसोगे कि इन्हां सेवावां दा लाभ लैण लई किस तरह के प्रबंध किए गए हैं? मैं सारे शहर निवासियों को दसना चाहुंदा कि इस मैडिकल फैसिलिटी का लाभ लैण लई अते मंदिर दी वख-वख मंजिलां ते विभिन्न वख-वख तरह दीयां सेवावां जो उपलब्ध कराईयां जांदियां हन। जिस तरह उपर खाने वास्ते हॉल है या कोई फंक्शन वास्ते हॉल है उहदे वास्ते इत्थे लिफ्ट का प्रबंध किया गया है तां जो जिहड़े साडे सारे बजुर्ग या कोई हैंडीकैप लोग जिहड़े नहीं उपर जा सकते, पौड़ियां का इस्तेमाल नहीं कर सकते, वो लिफ्ट का इस्तेमाल करदियां होया इत्थों दीयां सारियां मंजिलां ते विभिन्न प्रकार दीयां जिहड़ियां सेवावां उपलब्ध कराईयां जांदियां हन उन्हां दा लाभ उठा सकन। जी, इस मौजूद कमेटी वालों मंदिर में ਵੱਖ-ਵੱਖ समय ते बड़े ਵੱਡੇ ਪੱਧਰ ਤੇ ਸਮਾਜਿਕ ਸਮਾਗਮ ਕੀਤੇ ਜਾਂਦੇ ਹਨ ਕਿ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋਗੇ ਇਹਨਾਂ ਸਮਾਗਮਾਂ ਵਿੱਚ ਕਿਸ ਪ੍ਰਕਾਰ ਦੇ ਪ੍ਰਬੰਧ ਕੀਤੇ ਜਾਂਦੇ ਹਨ? ਮਹਾਸ਼ਿਵਰਾਤਰੀ ਅਤੇ ਜਨਮ ਅਸ਼ਟਮੀ ਦੇ ਸਮਾਗਮਾਂ ਦੌਰਾਨ 5 ਤੋਂ 7 ਦਿਨ ਵਿਦਵਾਨ ਅਤੇ ਪ੍ਰਸਿੱਧ ਪ੍ਰਵਚਨਕਰਤਾ ਵੱਲੋਂ ਇੱਥੇ ਪ੍ਰਵਚਨ ਕੀਤੇ ਜਾਂਦੇ ਹਨ ਤਾਂ ਜੋ ਸਾਰੇ ਭਗਤਾਂ ਨੂੰ ਸਾਰੀ ਸੰਗਤ ਨੂੰ ਪ੍ਰਭੂ ਚਰਨੀ ਲੀਨ ਕੀਤਾ ਜਾ ਸਕੇ। ਕਿੰਨੇ ਸਮੇਂ ਤੋਂ ਕਿੰਨੇ ਸਮੇਂ ਤੱਕ ਕੀਤੇ ਜਾਂਦੇ ਨੇ? ਇਹ ਜਿਹੜੇ ਸਮਾਗਮ ਨੇ 5 ਤੋਂ 7 ਦਿਨ ਵਾਸਤੇ ਰੱਖਿਆ ਜਾਂਦਾ ਹੈ ਤੇ ਜਿਹੜੇ ਨਵਰਾਤਰੇ ਸਾਲ ਦੇ ਵਿੱਚ 2 ਵਾਰੀ ਮਨਾਏ ਜਾਂਦੇ ਹਨ। ਇਹਦੇ ਵਿੱਚ ਜਿਹੜੇ ਪ੍ਰਸਿੱਧ ਗੀਤਕਾਰ ਨੇ, ਸੰਗੀਤਕਾਰ ਨੇ, ਉਹਨਾਂ ਨੂੰ ਬੁਲਾਇਆ ਜਾਂਦਾ ਹੈ ਤਾਂ ਜੋ ਸਾਰੇ ਭਗਤ ਤੇ ਸਾਰੀ ਸੰਗਤ ਇੱਥੇ ਆ ਕੇ ਇਸ ਦਾ ਆਨੰਦ ਮਾਣ ਸਕੇ। ਔਰ
अलग-अलग सिंगर बुलाए जाते हैं। सारे नवरात्रिਆਂ 'ਚ ਅਲੱਗ-ਅਲੱਗ ਸਿੰਗਰ ਬੁਲਾਏ ਜਾਂਦੇ ਹਨ, ਜਿਸ ਤਰ੍ਹਾਂ ਸੰਜੇ ਸਬਰੀਆ ਜੀ ਨੇ, ਨਰਿੰਦਰ ਚੰਚਲ ਜੀ ਨੇ, ਸੁਖਦੇਵ ਧਮਾਕਾ ਜੀ ਨੇ, ਅਤੁਲ ਦਰਸ਼ੀ ਜੀ, ਰਾਜੇਸ਼ ਰਾਜੂ ਜੀ ਨੇ। ਇਹ ਸਾਰੇ ਪ੍ਰਸਿੱਧ ਜਿਹੜੇ ਗਾਇਕਾਰ ਨੇ, ਪ੍ਰਸਿੱਧ ਜਿਹੜੇ ਸੰਗੀਤਕਾਰ ਨੇ, ਜਿਹੜੀਆਂ ਵੱਖ-ਵੱਖ ਵਧੀਆ ਜਾਗਰਣ ਪਾਰਟੀਆਂ ਨੇ, ਉਹਨਾਂ ਨੂੰ ਇੱਥੇ ਬੁਲਾ ਕੇ ਜਿਹੜਾ ਮਹਾਮਾਈ ਦਾ ਗੁਣਗਾਨ ਕੀਤਾ ਜਾਂਦਾ, ਤਾਂ ਜੋ ਸਾਰੇ ਭਗਤ ਆ ਕੇ ਮਾਤਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰ ਸਕਣ। ਸੁਨੀਲ ਜੀ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਇਹਨਾਂ ਸਮਾਗਮਾਂ ਦਾ ਆਨੰਦ ਮਾਣਨ ਲਈ ਸੰਗਤਾਂ ਸ਼ਹਿਰ ਦੇ ਦੂਰੋਂ ਕੋਨਿਆਂ ਤੱਕ ਪਹੁੰਚਦੀਆਂ ਨੇ, ਕਿਆ ਮੰਦਿਰ ਦੀ ਸਾਲਾਨਾ ਭੇਟ ਵਿੱਚ ਕੋਈ ਵਾਧਾ ਪਾਇਆ ਗਿਆ ਹੈ? ਦੇਖੋ ਜੀ, ਇਸ ਮੌਜੂਦਾ ਪ੍ਰਬੰਧਕ ਕਮੇਟੀ ਦੇ ਕੀਤੇ ਗਏ ਉਪਰਾਲਿਆਂ ਵਜੋਂ ਸ਼ਹਿਰ ਦੇ ਵੱਖ-ਵੱਖ ਕੋਨੇ ਚੋਂ ਦੂਰੋਂ ਜਿਹੜੀਆਂ ਸੰਗਤਾਂ ਆਉਂਦੀਆਂ ਨੇ, ਇਹਦੇ ਨਾਲ ਭਗਤਾਂ ਦਾ ਜਿਹੜਾ ਰੁਝਾਨ, ਭਗਤਾਂ ਦਾ ਜਿਹੜਾ ਮੰਦਿਰ ਦੇ ਨਾਲ ਜੁੜਨਾ, ਉਹ ਪਹਿਲੇ ਸਮੇਂ ਨਾਲੋਂ ਬੜੇ ਵੱਡੇ ਪੱਧਰ ਦੇ ਉੱਤੇ ਵਧਿਆ ਹੈ। ਤੇ ਜਿਨ੍ਹਾਂ ਦੇ ਸਹਿਯੋਗ ਨਾਲ, ਜਿਨ੍ਹਾਂ ਦੇ ਆਉਣ ਕਾਰਨ ਮੰਦਿਰ ਦੇ ਜਿਹੜੀ ਸਾਲਾਨਾ ਭੇਟਾ 20 ਲੱਖ ਤੋਂ ਲੈ ਕੇ ਤੇ 60 ਲੱਖ ਰੁਪਏ ਤੱਕ ਕਰੀਬਨ ਹੋ ਗਈ ਹੈ। ਇਹ ਸਿਰਫ ਇਹਨਾਂ ਸਾਰੇ ਭਗਤਾਂ ਦਾ ਹੀ ਸਹਿਯੋਗ ਹੈ, ਜਿਹਦੇ ਕਾਰਨ ਸਰੂਪ ਇਹ ਜਿਹੜੀ ਮੌਜੂਦਾ ਪ੍ਰਬੰਧਕ ਕਮੇਟੀ ਹੈ, ਅੱਜ ਇਹ ਸਾਰੀਆਂ ਉਪਲਬਧੀਆਂ ਕਰ ਲੋਕਾਂ ਨੂੰ ਜਿਹੜੀਆਂ ਸੇਵਾ ਦਾ ਲਾਭ ਲੈਣ ਵਾਸਤੇ ਮਤਲਬ ਦਿੱਤੀਆਂ ਜਾ ਰਹੀਆਂ ਨੇ, ਤਾਂ ਜੋ ਉਹ ਇਹ ਜਿਹੜੇ ਭਗਤ ਲੋਕ ਨੇ ਜਾਂ ਜਿਹੜੀ ਆਮ ਜਨਤਾ, ਗਰੀਬ ਜਨਤਾ ਹੈ, ਇੱਥੇ ਆ ਕੇ ਇਹਦਾ ਲਾਭ ਪ੍ਰਾਪਤ ਕਰ ਸਕੇ। ਇਹ ਸਾਰੀਆਂ ਉਪਲਬਧੀਆਂ ਜਿੰਨੀਆਂ ਵੀ ਨੇ, ਇਹ ਸਾਰੇ ਉਹਨਾਂ ਭਗਤਾਂ ਦੇ ਸਹਿਯੋਗ ਨਾਲ ਹੈ। ਬਾਕੀ ਅਸੀਂ ਤੇ ਮੁੱਖ ਸੇਵਾਦਾਰ ਹਾਂ ਤੇ ਸਾਡਾ ਸੇਵਾ ਕਰਨਾ ਫਰਜ਼ ਸੀ ਤੇ ਸੇਵਾ ਕਰਨਾ ਹੀ ਹਮੇਸ਼ਾ ਫਰਜ਼ ਰਹੇਗਾ। ਇਹ ਮੰਦਿਰ ਦੇ ਕੁਝ ਮੈਂਬਰਾਂ ਵੱਲੋਂ ਇਲਾਕੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਮੌਜੂਦ ਕਮੇਟੀ ਵੱਲੋਂ ਧਾਂਦਲੀ ਕੀਤੀ ਗਈ ਹੈ, ਇਸ ਬਾਰੇ ਤੁਸੀਂ ਕੀ ਕਹਿਣਾ? ਦੇਖੋ ਜੀ, ਇਸ ਵੀਡੀਓ ਨੂੰ ਦੇਖ ਰਹੇ ਸਾਰੇ ਦਰਸ਼ਕਾਂ, ਸਾਰੇ ਮੈਂਬਰਾਂ ਤੇ ਸਾਰੇ ਸ਼ਹਿਰ ਨਿਵਾਸੀਆਂ ਦੇ ਧਿਆਨ ਵਿੱਚ ਮੈਂ ਇੱਕ ਗੱਲ ਲਿਆਉਣੀ ਚਾਹੁੰਦਾ ਕਿ ਇਸ ਮੌਜੂਦਾ ਪ੍ਰਬੰਧਕ ਕਮੇਟੀ ਨੇ ਤਨੋ ਮਨੋ ਪੂਰੀ ਇਮਾਨਦਾਰੀ ਨਾਲ ਆਪਣਾ ਸਾਰਾ ਕੰਮ ਤੇ ਆਪਣੇ ਸਾਰੇ ਜਿਹੜੇ ਫਰਜ਼ ਨਿਭਾਏ ਨੇ। ਸਭ ਨੂੰ ਇਹ ਮੈਂ ਦੱਸਣਾ ਚਾਹਾਂਗਾ ਕਿ ਜਿਸ ਸਮੇਂ ਮੰਦਿਰ ਦੇ ਵਿਕਾਸ ਕਾਰਜ ਸ਼ੁਰੂ ਕੀਤੇ ਗਏ ਸਨ, ਇਸ ਵਿਕਾਸ ਕਾਰਜ ਪ੍ਰਤੀ ਕਰਨ ਜਾਣ ਵਾਲੀ ਸਾਰੀ ਖਰੀਦੋ ਫਰੋਖਤ ਵਾਸਤੇ ਇੱਕ 7 ਮੈਂਬਰੀ ਕਮੇਟੀ ਬਣਾਈ ਗਈ ਸੀ, ਜਿਨ੍ਹਾਂ ਦੇ ਥਰੂ ਸਾਰੀ ਪਰਚੇਸ, ਚਾਹੇ ਉਹ ਬਿਜਲੀ ਦਾ ਸਮਾਨ ਸੀ, ਚਾਹੇ ਉਹ ਪੱਥਰ ਦਾ ਸੀ, ਚਾਹੇ ਕਿਸੇ ਵੀ ਪ੍ਰਕਾਰ ਦਾ ਸਮਾਨ ਰਿਹਾ ਹੋਵੇਗਾ ਸੈਨੀਟਰੀ ਨੂੰ ਲੈ ਕੇ, ਉਹ ਇਸ 7 ਮੈਂਬਰੀ ਪਰਚੇਸ ਕਮੇਟੀ ਵੱਲੋਂ ਵੱਖ-ਵੱਖ ਜਗ੍ਹਾ ਤੋਂ ਕੋਟੇਸ਼ਨਾਂ ਇਨਵਾਈਟ ਕਰਕੇ ਉਹਨਾਂ ਕੋਲ ਕੋਟੇਸ਼ਨਾਂ ਲਿਆ ਕੇ ਜਿਹੜੀ ਉਸ ਦੀ ਕੰਪੈਰੀਟਿਵ ਸਟੇਟਮੈਂਟ ਬਣਾਈ ਗਈ। ਕੰਪੈਰੀਟਿਵ ਸਟੇਟਮੈਂਟ ਤੋਂ ਬਾਅਦ ਉਸ ਦੀ ਰਿਕਮੈਂਡੇਸ਼ਨ ਲਈ ਪ੍ਰੈਜ਼ੀਡੈਂਟ ਤੇ ਜਨਰਲ ਸੈਕਟਰੀ ਨੂੰ ਇਹਦੀ ਇੱਕ, ਜਿਸ ਨੂੰ ਅਸੀਂ ਐਡਵਾਈਜ਼ਰੀ ਫਾਰਮ ਕਹਿੰਦੇ ਆ, ਰਿਕਮੈਂਡੇਸ਼ਨ ਫਾਰਮ ਕਹਿੰਦੇ ਆ, ਉਹ ਪ੍ਰੈਜ਼ੀਡੈਂਟ ਤੇ ਸੈਕਟਰੀ ਨੂੰ ਦਿੱਤਾ ਗਿਆ ਤਾਂ ਜੋ ਉਸ ਸਮਾਨ ਦੀ ਖਰੀਦ ਕੀਤੀ ਜਾ ਸਕੇ। ਉਹ ਸਮਾਨ ਦੀ ਖਰੀਦ ਤੋਂ ਬਾਅਦ ਜਿਸ ਸਮੇਂ ਸਮਾਨ ਸਾਰਾ ਆਂਦਾ ਰਿਹਾ, ਇਹ 7 ਮੈਂਬਰੀ ਕਮੇਟੀਆਂ ਦੇ ਕੁਝ ਮੈਂਬਰਾਂ ਵੱਲੋਂ ਜਾਂ ਸਾਰੇ ਮੈਂਬਰਾਂ ਵੱਲੋਂ ਇੱਕ ਸਮਾਨ ਦੀ ਗਿਣਤੀ ਕਰ ਉਸ ਦੀ ਵੈਰੀਫਿਕੇਸ਼ਨ ਕੀਤੀ ਗਈ। ਇਸ ਸਮਾਨ ਦੇ ਪ੍ਰਤੀ ਜਿਹੜੀ ਸਾਰੀ ਪੇਮੈਂਟ ਉਹ ਮੰਦਿਰ ਦੇ ਕੈਸ਼ੀਅਰ ਵੱਲੋਂ ਬੈਂਕ ਦੇ ਚੈੱਕ ਰਾਹੀਂ ਕੀਤੀ ਗਈ। ਉਹ ਸਾਰੀਆਂ ਜਿਹੜੇ ਮੰਦਿਰ ਦੇ ਭੁਗਤਾਨ ਕੀਤੇ ਗਏ ਜਾਂ ਪੇਮੈਂਟਾਂ ਕੀਤੀਆਂ ਗਈਆਂ, ਉਹਦਾ ਜਿਹੜਾ ਸਾਰਾ ਲੇਖਾ ਜੋਖਾ ਮੰਦਿਰ ਦੇ ਪ੍ਰੋਸੀਜਰ ਮੁਤਾਬਕ ਜਿਹੜਾ ਲੇਖਾਕਾਰ, ਜਿਸ ਨੂੰ ਅਸੀਂ ਅਕਾਊਂਟ ਸੈਕਟਰੀ ਕਹਿੰਦੇ ਆ, ਜਿਹੜਾ ਸਾਡਾ ਡੈਜ਼ਿਗਨੇਟਡ ਅਕਾਊਂਟ ਸੈਕਟਰੀ ਹੈ, ਉਹਦੇ ਵੱਲੋਂ ਰੱਖਿਆ ਗਿਆ, ਜਿਸ ਨੂੰ ਆਡਿਟ ਕਰਨ ਵਾਸਤੇ ਅੱਗੇ ਆਡੀਟਰ ਨੂੰ ਦੇ ਦਿੱਤਾ ਗਿਆ। ਸਰ, ਤੁਸੀਂ ਕੀ ਸਮਝਦੇ ਹੋ ਕਿ ਇਸ ਸਮੇਂ ਜਿੰਨੇ ਗੰਭੀਰ ਆਰੋਪ ਲਗਾਏ ਜਾ ਰਹੇ ਨੇ ਧਾਂਦਲੀ ਵਗੈਰਾ ਦੇ, ਕੀ ਸਮਝਦੇ ਹੋ? ਬੜੀ ਹੈਰਾਨਗੀ ਵਾਲੀ ਗੱਲ ਹੈ ਜੀ ਕਿ ਸਾਡੇ ਕੈਸ਼ੀਅਰ, ਸਾਡੇ ਜਿਹੜੇ ਇੰਟਰਨਲ ਆਡੀਟਰ ਤੇ ਸਾਡੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਜਿਹੜੇ ਖੁਦ ਇਸ 7 ਮੈਂਬਰੀ ਕਮੇਟੀ ਦਾ ਹਿੱਸਾ ਸਨ, ਜਿਨ੍ਹਾਂ ਦੇ ਹੱਥੀਂ ਪੇਮੈਂਟ ਦਿੱਤੀ ਗਈ, ਜਿਨ੍ਹਾਂ ਦੇ ਹੱਥੀਂ ਅਕਾਊਂਟਸ ਨੂੰ ਮੇਨਟੇਨ ਕੀਤਾ ਗਿਆ, ਜਿਨ੍ਹਾਂ ਦੇ ਹੱਥੀਂ ਉਹਨੂੰ ਆਡਿਟ ਕੀਤਾ ਗਿਆ, ਇਹ ਸਾਰੇ ਪ੍ਰਕਿਰਿਆ ਕਰਨ ਤੋਂ ਬਾਅਦ ਜਿਹੜੀ ਸਾਡੇ ਸਾਰੇ ਸਾਲ ਦੀ ਸਨ 2020-21 ਦੀ ਬੈਲੈਂਸ ਸ਼ੀਟ ਤਿਆਰ ਹੋਈ ਜਾਂ ਜਿਹੜਾ ਇਨਕਮ ਐਂਡ ਐਕਸਪੈਂਡੀਚਰ ਸਟੇਟਮੈਂਟ ਤਿਆਰ ਹੋਈ, ਇਹਨਾਂ ਵੱਲੋਂ ਸਾਈਨ ਕਰਕੇ ਦਸਤਖਤ ਕਰਕੇ ਅਸੀਂ 17/10/2021 ਨੂੰ ਜਿਹੜੀ ਹੋਈ ਜਨਰਲ ਹਾਊਸ ਮੀਟਿੰਗ ਦੇ ਵਿੱਚ ਪੇਸ਼ ਕਰ ਦਿੱਤਾ ਗਿਆ, ਜਿੱਥੇ ਉਸ ਨੂੰ ਸਾਰੇ ਜਨਰਲ ਹਾਊਸ ਨੇ ਪਾਸ ਕਰ ਦਿੱਤਾ ਗਿਆ। ਬੜੀ ਹੈਰਾਨਗੀ ਵਾਲੀ ਗੱਲ ਹੈ ਕਿ ਜਿਹੜਾ ਵਿਕਾਸ ਕਾਰਜ ਸਾਡਾ ਸਨ 2020-21 ਦੇ ਦੌਰਾਨ ਹੋਇਆ, ਸਾਰੀਆਂ ਕੋਟੇਸ਼ਨਾਂ 2021 ਦੇ ਵਿੱਚ ਇਨਵਾਈਟ ਕੀਤੀਆਂ ਗਈਆਂ, ਸਾਰੀਆਂ ਪੇਮੈਂਟਾਂ ਜਿਹੜੀਆਂ ਉਹਦੇ ਦਰਮਿਆਨ ਕੀਤੀਆਂ ਗਈਆਂ, ਉਹਨਾਂ ਵੱਲੋਂ ਸਾਰੇ ਅਕਾਊਂਟਸ ਦੀ ਮੇਨਟੇਨੈਂਸ ਕੀਤੀ ਗਈ, ਅਕਾਊਂਟਸ ਨੂੰ ਆਡਿਟ ਕਰ ਦਿੱਤਾ ਗਿਆ। ਉਸ ਤੋਂ ਬਾਅਦ ਜਿਹੜੀ ਫਾਈਨਲ ਆਡਿਟ ਹੈ ਉਹ ਇੱਕ ਸੀਏ ਵੱਲੋਂ, ਚਾਰਟਰਡ ਅਕਾਊਂਟੈਂਟ ਵੱਲੋਂ ਕਰ ਦਿੱਤੀ ਗਈ। ਤੇ ਇਹ ਕਿਸ ਤਰੀਕੇ ਜਿਹੜੀ ਮੌਜੂਦਾ ਪ੍ਰਬੰਧਕ ਕਮੇਟੀ ਦੇ ਉੱਤੇ ਇਲਜ਼ਾਮ
ਲਾ ਰਹੇ ਨੇ, ਜਿਨ੍ਹਾਂ ਦੇ ਆਪਣੇ ਹੀ ਹੱਥੀਂ ਸਾਰੇ ਕੰਮ ਅੱਜ ਤੱਕ ਹੋਏ ਨੇ। ਜੀ ਇਹ ਵੀ ਸੁਣਨ ਚ ਆਇਆ ਹੈ ਕਿ 4 ਮੈਂਬਰਾਂ ਵੱਲੋਂ ਤੁਹਾਡੀ ਕਮੇਟੀ ਵਿੱਚ ਅਸਤੀਫੇ ਦਿੱਤੇ ਗਏ ਸਨ, ਇਸ ਦਾ ਕੀ ਕਾਰਨ ਸਮਝਦੇ ਹੋ ਕਿ ਉਹਨਾਂ ਨੇ ਅਸਤੀਫੇ ਦੇਣੇ ਪਏ? ਇਹ ਗੱਲ ਬਿਲਕੁਲ ਠੀਕ ਹੈ ਜੀ ਕਿ ਸਾਡੇ ਜਿਹੜੇ ਕੁਝ ਮੈਂਬਰਾਂ ਵੱਲੋਂ ਆਪਣੇ ਪਦਾਂ ਤੋਂ ਜੂਨ 2022 ਤੇ ਜੁਲਾਈ 2022 ਦੇ ਵਿੱਚ ਅਸਤੀਫੇ ਦਿੱਤੇ ਗਏ, ਜਿਨ੍ਹਾਂ ਦੇ ਵਿੱਚ ਇੱਕ ਸਾਡੇ ਮਾਨਯੋਗ ਕੈਸ਼ੀਅਰ ਸਾਹਿਬ ਸਨ ਸ਼੍ਰੀ ਸਤਪਾਲ ਸ਼ਰਮਾ ਜੀ, ਸਾਡੇ ਮਾਨਯੋਗ ਇੰਟਰਨਲ ਆਡੀਟਰ ਸ਼੍ਰੀ ਬੀਬੀ ਦੁਆ ਜੀ, ਤੇ ਸਾਡੇ ਮਾਨਯੋਗ ਜਿਹੜੇ ਅਕਾਊਂਟੈਂਟ ਸੀਗੇ ਸ਼੍ਰੀ ਰਜਿੰਦਰ ਠਾਕਰ ਜੀ। ਇਹਨਾਂ ਵੱਲੋਂ ਜਿੰਨੇ ਵੀ ਅਸਤੀਫੇ ਦਿੱਤੇ ਗਏ, ਫੋਰ ਐਗਜ਼ਾਮਪਲ ਇਹਨਾਂ ਦੀ ਗੱਲ ਕਰੀਏ, ਸਭ ਤੋਂ ਪਹਿਲਾਂ ਅਸੀਂ ਕੈਸ਼ੀਅਰ ਸਾਹਿਬ ਦੀ ਸ਼੍ਰੀ ਸਤਪਾਲ ਸ਼ਰਮਾ ਜੀ, ਇਹਨਾਂ ਨੇ ਲਿਖਤੀ ਤੌਰ ਦੇ ਉੱਤੇ ਆਪਣਾ ਅਸਤੀਫਾ ਇਹਨਾਂ ਦੀ ਸਿਹਤ ਨਾ ਠੀਕ ਹੋਣ ਕਾਰਨ ਤੇ ਇਹਨਾਂ ਦੀ ਇੱਕ ਅੱਖ ਨਾ ਕੰਮ ਕਰਨ ਵਜੋਂ ਇਹਨਾਂ ਨੇ ਜਿਹੜਾ ਅਸਤੀਫਾ ਸਾਨੂੰ ਅੰਦਰ ਦਿੱਤਾ। ਤੇ ਜਿਹੜੇ ਸਾਡੇ ਬੀਬੀ ਦੁਆ ਜੀ ਸੀਗੇ ਮਾਨਯੋਗ ਇੰਟਰਨਲ ਆਡੀਟਰ ਜੀ, ਉਹਨਾਂ ਵੱਲੋਂ ਅਸਤੀਫੇ ਦਾ ਆਪਣਾ ਜਿਹੜਾ ਕਾਰਨ ਉਹ ਉਹਨਾਂ ਦੇ ਕੁਝ ਨਿੱਜੀ ਘਰੇਲੂ ਕਾਰਨ ਦੱਸਦਿਆਂ ਹੋਇਆ ਦਿੱਤਾ ਗਿਆ। ਤੇ ਸੇਮ ਜਿਹੜਾ ਰਜਿੰਦਰ ਠਾਕਰ ਜੀ ਜਿਹੜੇ ਕਾਊਂਟ ਸੈਕਟਰੀ ਸੀਗੇ, ਉਹਨਾਂ ਵੱਲੋਂ ਵੀ ਇਸੇ ਤਰੀਕੇ ਹੀ ਦਿੱਤਾ ਗਿਆ। ਮੇਰੇ ਕੋਲ ਸਾਰੇ ਅਸਤੀਫਿਆਂ ਦੀ ਸਾਰੀਆਂ ਕਾਪੀਆਂ ਸਾਡੇ ਕੋਲ ਨੇ। ਤੇ ਮੈਂ ਤੁਹਾਡੀ ਜਾਣਕਾਰੀ ਲਈ ਇੱਕ ਹੋਰ ਚੀਜ਼ ਦੱਸਣੀ ਚਾਹਾਂਗਾ ਕਿ ਇਹਨਾਂ ਦੇ ਅਸਤੀਫੇ ਮੇਰੇ ਵੱਲੋਂ 3 ਵਾਰ ਨਾਮਨਜ਼ੂਰ ਕਰਦਿਆਂ ਹੋਇਆ ਇਹਨਾਂ ਨੂੰ ਲਿਖਤੀ ਤੌਰ ਦੇ ਉੱਤੇ ਰਿਮਾਈਂਡਰ ਭੇਜੇ ਗਏ। ਦਿਖਾ ਦਿਓ ਜੀ ਅਸਤੀਫੇ ਗਏ। ਤਾਂ ਮੇਰੇ ਕੋਲ ਅਸਤੀਫਿਆਂ ਦੀ ਕਾਪੀ ਕੋਲ ਹੈ ਜੀ, ਮੈਂ ਤੁਹਾਨੂੰ ਇਹ ਵੀ ਦਿਖਾ ਸਕਦਾ ਜੀ। ਇਹ ਜਿਹੜਾ ਅਸਤੀਫਾ ਹੈ ਜੀ ਦਿੱਤਾ ਗਿਆ, ਇਹ ਸਾਡੇ ਕੈਸ਼ੀਅਰ ਸਾਹਿਬ ਸ੍ਰੀ ਸਤਪਾਲ ਸ਼ਰਮਾ ਜੀ ਵੱਲੋਂ ਦਿੱਤਾ ਗਿਆ, ਜਿਹਦੇ ਵਿੱਚ ਉਹਨਾਂ ਨੇ ਆਪਣੀ ਸਿਹਤ ਨਾ ਠੀਕ ਹੋਣ ਦਾ ਕਾਰਨ ਤੇ ਉਹਨਾਂ ਦੀ ਜਿਹੜੀ ਕਮਜ਼ੋਰ ਆਈਸਾਈਟ ਦੇ ਕਾਰਨ ਦੱਸਦਿਆਂ ਹੋਇਆ ਦਿੱਤਾ ਗਿਆ। ਇਹਨਾਂ ਦਾ ਇਹ ਅਸਤੀਫਾ ਮੈਂ ਨਾਮਨਜ਼ੂਰ ਕਰਦਿਆਂ ਹੋਇਆ ਇਹ ਨੌਨ ਐਕਸੈਪਟੈਂਸ ਲਿਖ ਕੇ ਇਹਨਾਂ ਨੂੰ 31 ਮਾਰਚ 2022 ਦੇ ਸਾਰੇ ਜਿਹੜੇ ਖਾਤੇ ਆ ਉਹ 31 ਜੁਲਾਈ ਤੋਂ ਪਹਿਲੇ ਜਮ੍ਹਾਂ ਕਰਵਾਉਣ ਦਾ ਇਹਨਾਂ ਦਾ ਅਨੁਰੋਧ ਕੀਤਾ ਗਿਆ। ਇਹਦੇ ਜਵਾਬ ਸਵਰੂਪ ਮੈਨੂੰ ਇਹ ਚੀਜ਼ ਦੇ ਰਹੇ ਆ, ਜਿਹਦੇ ਚ ਇਹ ਲਿਖ ਰਹੇ ਨੇ ਕਿ ਜਿਹੜੇ ਸਾਡੇ ਸਾਰੇ ਮੈਂਬਰ ਗਵਰਨਿੰਗ ਬੋਡੀ ਦੇ ਇਹ ਇੱਕ ਚੈਰਿਟੀ ਪਰਪਸ ਵਾਸਤੇ ਹੁੰਦੇ ਆ ਤੇ ਇਹ ਜਿਹੜੇ ਕੰਮ ਆ ਇਹਨਾਂ ਕੋਲੋਂ ਨਹੀਂ ਲਏ ਜਾ ਸਕਦੇ। ਮੈਂ ਇਹ ਪੁੱਛਣਾ ਚਾਹਾਂਗਾ ਕਿ ਜਿਹੜੇ ਅਹੁਦੇ ਸਾਡੇ ਸੰਵਿਧਾਨ ਮੁਤਾਬਕ ਸਾਡੇ ਬਜ਼ੁਰਗਾਂ ਵੱਲੋਂ ਜਾਂ ਸੰਵਿਧਾਨ ਲਿਖਣ ਵੱਲੋਂ ਬਣਾਏ ਗਏ, ਅਸੀਂ ਉਹਨਾਂ ਦੇ ਨਾਲ ਹਮੇਸ਼ਾ ਜਿਹੜੇ ਪਾਬੰਦ ਹੁੰਦੇ ਆ। ਤੇ ਜਿਹੜੇ ਅਕਾਊਂਟ ਸੈਕਟਰੀ ਦਾ ਕੰਮ ਹਮੇਸ਼ਾ ਅੱਜ ਤੱਕ ਅਕਾਊਂਟ ਸੈਕਟਰੀ ਵੱਲੋਂ ਵੇਖਿਆ ਗਿਆ, ਕੈਸ਼ੀਅਰ ਦਾ ਕੰਮ ਕੈਸ਼ੀਅਰ ਵੱਲੋਂ ਦੇਖਿਆ ਗਿਆ, ਸੈਕਟਰੀ ਦਾ ਕੰਮ ਸੈਕਟਰੀ ਵੱਲੋਂ ਵੇਖਿਆ ਗਿਆ। ਉਸ ਤੋਂ ਬਾਅਦ ਵੀ ਇਹਨਾਂ ਨੂੰ ਮੈਂ ਅਸਤੀਫਾ ਇਹਨਾਂ ਦਾ ਨਾਮਨਜ਼ੂਰ ਕਰਦਿਆਂ ਹੋਇਆ ਇਹਨਾਂ ਨੂੰ ਦੁਬਾਰਾ ਜਿਹੜੀ ਇਸ ਚਿੱਠੀ ਦਾ ਜਵਾਬ ਦਿੱਤਾ, ਜਿਹਦੇ ਪ੍ਰਮਾਣ ਸਰੂਪ ਇਹ ਇੱਕ ਇਹਨਾਂ ਵੱਲੋਂ ਇਹ ਫਾਈਨਲ ਜਿਹੜੀ ਚਿੱਠੀ ਦਿੱਤੀ ਗਈ, ਜਿਹਦੇ ਚ ਨਾ ਕਲੀਅਰਲੀ ਲਿਖਿਆ ਕਿ ਇਹਨਾਂ ਨੂੰ ਆਪਣੀ ਪੋਸਟ ਤੋਂ ਮਜਬੂਰਨ ਜਿਹੜਾ ਅਸਤੀਫਾ ਦੇਣਾ ਪਏਗਾ। ਇਹ ਚਾਹੇ ਤੁਸੀਂ ਅਸਤੀਫਾ ਐਕਸੈਪਟ ਕਰੋ ਚਾਹੇ ਅਸਤੀਫੇ ਨੂੰ ਨਾ ਐਕਸੈਪਟ ਕਰੋ, ਇਹਨਾਂ ਦੇ ਨਾਲ ਕੋਈ ਫਰਕ ਨਹੀਂ ਪੈਂਦਾ। ਨਾਲੇ ਇਹਨਾਂ ਵੱਲੋਂ ਮੈਨੂੰ ਹਦਾਇਤ ਵੀ ਦਿੱਤੀ ਗਈ ਕਿ ਜੇ ਇਹ ਦੁਬਾਰਾ ਚਿੱਠੀ ਮੈਨੂੰ ਆਂਦੀ ਹੈ ਤੇ ਮੇਰੀ ਸਿਹਤ ਨੂੰ ਇਹਦੇ ਨਾਲ ਫਰਕ ਪੈਂਦਾ ਤੇ ਆਪ ਜੀ ਨੂੰ ਅਨੁਰੋਧ ਕੀਤਾ ਜਾਂਦਾ, ਬੇਨਤੀ ਕੀਤੀ ਜਾਂਦੀ ਹੈ ਕਿ ਅੱਗੇ ਤੋਂ ਇਹੋ ਜਿਹੀ ਕੋਈ ਵੀ ਚਿੱਠੀ ਜਿਹਦੇ ਵਿੱਚ ਤੁਸੀਂ ਸਾਨੂੰ ਆਪਣੇ ਖਾਤੇ ਪੂਰੇ ਕਰਨ ਬਾਰੇ ਨਹੀਂ ਭੇਜੀ ਜਾਣੀ ਚਾਹੀਦੀ। ਇਹ ਸਾਰਿਆਂ ਵੱਲੋਂ ਦਿੱਤੀਆਂ ਗਈਆਂ ਇਹ ਜਿਹੜੀਆਂ ਚਿੱਠੀਆਂ ਦਾ ਮੇਰੇ ਕੋਲ ਵੇਰਵਾ ਹੈ। ਤੇ ਇਹ ਜਿਹੜੇ ਕੋਈ ਵੀ ਮੈਂਬਰ ਜਿਹੜਾ ਇਹਨਾਂ ਵੱਲੋਂ ਕੁਝ ਲੋਕਾਂ ਵੱਲੋਂ ਜਾਂ ਇਹਨਾਂ ਮੈਂਬਰਾਂ ਵੱਲੋਂ ਜੇ ਦੁਰਪ੍ਰਚਾਰ ਕੀਤਾ ਜਾ ਰਿਹਾ ਤੇ ਜਾ ਕੇ ਲੋਕਾਂ ਦੇ ਪ੍ਰਤੀ ਮੈਂ ਸਾਰੇ ਮੈਂਬਰ ਸਭਾਨਾਂ ਨੂੰ ਬੇਨਤੀ ਕਰਦਾ ਕਿ ਇਸ ਚੀਜ਼ ਦੀ ਪੁਸ਼ਟੀ ਕਰਨ ਵਾਸਤੇ ਕਿਸੇ ਵੀ ਸਮੇਂ ਮੇਰੇ ਕੋਲ ਆ ਕੇ ਇਹਦੀ ਓਰੀਜਨਲ ਕਾਪੀ ਦੇਖ ਸਕਦੇ ਨੇ। ਇਹਨਾਂ ਨੂੰ 3 ਵਾਰ ਜਿਹੜੇ ਭੇਜੇ ਗਏ ਰਿਮਾਈਂਡਰ ਨੇ ਉਹ ਵੀ ਦੇਖ ਸਕਦੇ ਨੇ। ਉਹ ਰਿਮਾਈਂਡਰਾਂ ਦੇ ਪ੍ਰਤੀ ਇਹਨਾਂ ਦੇ ਵੱਲੋਂ ਜਿਹੜੇ ਦਿੱਤੇ ਗਏ ਭੇਜੇ ਗਏ ਜਵਾਬ ਨੇ ਉਹ ਦੇਖ ਸਕਦੇ ਹਾਂ। ਮੈਂ ਫਿਰ ਕਹਾਂਗਾ ਬੜੀ ਹੈਰਾਨਗੀ ਵਾਲੀ ਗੱਲ ਹੈ ਕਿ ਆਪਣੀ ਲਿਖਤੀ ਰੂਪ ਦੇ ਵਿੱਚ ਇਹੋ ਜਿਹੇ ਅਸਤੀਫੇ ਦੇ ਕੇ ਆਪਣੇ ਲਿਖਤ ਰੂਪ ਚ ਮਤਲਬ ਹੱਥ ਵੱਢ ਕੇ ਅਸੀਂ ਦੇਣਾ ਕਹਿੰਦੇ ਆ ਤੇ ਉਹਦੇ ਤੋਂ ਬਾਅਦ ਵੀ ਇਹਨਾਂ ਵੱਲੋਂ ਇਹੋ ਜਿਹੇ ਜੇ ਦੁਸ਼ਪ੍ਰਚਾਰ ਕੀਤਾ ਜਾ ਰਿਹਾ ਪ੍ਰਬੰਧਕ ਕਮੇਟੀ ਵੱਲੋਂ ਜਾਂ ਮੰਦਰ ਵੱਲੋਂ, ਤੇ ਇਹ ਬਹੁਤ ਹੀ ਜਿਹੜੀ ਮੰਦਭਾਗੀ ਗੱਲ ਹੈ। ਤੇ ਮੈਂ ਸਾਰੀ ਪਬਲਿਕ ਨੂੰ ਇਸ ਬਾਰੇ ਅਨੁਰੋਧ ਕਰਾਂਗਾ, ਸਾਰੇ ਮੈਂਬਰਾਂ ਨੂੰ ਅਨੁਰੋਧ ਕਰਾਂਗਾ ਕਿ ਇਹਨਾਂ ਦੇ ਉੱਪਰ ਨਾ ਵਿਸ਼ਵਾਸ ਕਰਦਿਆਂ ਹੋਇਆ ਜੇ ਕਿਸੇ ਕਿਸਮ ਦਾ ਕਿਸੇ ਪ੍ਰਕਾਰ ਦਾ ਕੋਈ ਵੀ ਅਸ਼ੰਕਾ ਕੋਈ ਵੀ ਸ਼ੱਕ ਹੋਵੇ ਜਾਂ ਕੋਈ ਪੁਸ਼ਟੀ ਕਰਨੀ ਚਾਹੁੰਦਾ ਹੋਵੇ ਤੇ ਮੇਰੇ ਕੋਲ ਕਿਸੇ ਵੀ ਸਮੇਂ ਆਪਣੇ ਮੰਦਰ ਦੇ ਦਫ਼ਤਰੀ ਜਿਹੜਾ ਸਾਡਾ ਕਾਰਿਆਲਾ ਦਾ ਜਿਹੜਾ ਸਮਾਂ ਹੈ ਦਫ਼ਤਰੀ ਸਮੇਂ ਵਿੱਚ ਆ ਕੇ ਮੇਰੇ ਕੋਲ ਇਸ ਚੀਜ਼ ਦੀ ਪੁਸ਼ਟੀ ਕਰ ਸਕਦਾ। ਜਿਹੜੀ ਮੰਦਰ ਕਮੇਟੀ ਵੱਲੋਂ ਮਹੀਨਾਵਾਰ ਫੀਸ 50 ਰੁਪਏ ਤੋਂ ਵਧਾ ਕੇ 300 ਰੁਪਏ ਕੀਤੀ ਗਈ ਸੀ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ 50 ਰੁਪਏ
ਦੇਖੋ ਜੀ, ਇਹ ਜਿਹੜੀ ਸਾਡਾ ਮਾਸਿਕ ਸ਼ੁਲਕ ਜਿਹੜਾ ਪਹਿਲੇ ਮੈਂਬਰਸ਼ਿਪ ਫੀਸ ਮੰਥਲੀ 50 ਰੁਪਏ ਹੁੰਦੀ ਸੀਗੀ, ਇਹ ਬਿਲਕੁਲ ਗੱਲ ਠੀਕ ਹੈ ਕਿ ਪਿਛਲੇ ਸਾਲ ਸਨ 2021-17 ਅਕਤੂਬਰ ਨੂੰ ਜਿਹੜੀ ਜਨਰਲ ਹਾਊਸ ਦੀ ਮੀਟਿੰਗ ਕੀਤੀ ਗਈ ਸੀ, ਉਹਨੂੰ ਵਧਾ ਕੇ 300 ਕਰਕੇ ਪਾਸ ਕੀਤਾ ਗਿਆ। ਇਸ ਬਾਰੇ ਵੀ ਜਿਹੜਾ ਮੈਂਬਰਾਂ ਪ੍ਰਤੀ, ਪਬਲਿਕ ਪ੍ਰਤੀ ਜਿਹੜਾ ਦੁਰਪ੍ਰਚਾਰ ਕੀਤਾ ਜਾ ਰਿਹਾ ਹੈ, ਉਹਦੇ ਉੱਤੇ ਮੈਂ ਰੋਸ਼ਨੀ ਪਾਉਂਦਿਆਂ ਇੱਕ ਚੀਜ਼ ਦੱਸਣੀ ਚਾਹਾਂਗਾ ਕਿ ਮੈਂਬਰਸ਼ਿਪ ਸ਼ੁਲਕ ਮੰਥਲੀ ਹੋਵੇ ਜਾਂ ਕੋਈ ਹੋਰ ਤਰੀਕੇ ਦਾ ਜਿਹੜੇ ਫੈਸਲੇ ਨੇ, ਇਹ ਸਾਰੇ ਜਨਰਲ ਹਾਊਸ ਦੇ ਅੰਡਰ, ਜਨਰਲ ਹਾਊਸ ਦੀ ਪਾਵਰ ਦੇ ਅੰਦਰ ਆਉਂਦੇ ਆ, ਜਿਸ ਨੂੰ ਬਦਲਣ ਦਾ ਕੋਈ ਵੀ ਅਧਿਕਾਰ ਜਿਹੜੀ ਪ੍ਰਬੰਧਕ ਕਮੇਟੀ ਜਾਂ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨੂੰ ਕਦੇ ਵੀ ਨਹੀਂ ਹੁੰਦਾ। ਪ੍ਰਧਾਨ ਤੇ ਸੈਕਟਰੀ ਜਿਹੜੇ ਨੇ, ਇਹ ਇੱਕ ਮੁੱਖ ਸੇਵਾਦਾਰ ਦੇ ਤੌਰ ਦੇ ਉੱਤੇ ਇੱਥੇ ਸੇਵਾ ਕਰਦੇ ਨੇ ਤੇ ਸੰਵਿਧਾਨ ਦੇ ਵਿੱਚ ਲਿਖੀਆਂ ਗੱਲਾਂ ਤੇ ਸੰਵਿਧਾਨ ਨੂੰ ਫੋਲੋ ਕਰਨ ਦੇ ਹਮੇਸ਼ਾ ਪਾਬੰਦ ਰਹਿੰਦੇ ਨੇ। ਇਹ ਪੰਜਾਬ ਦੀ ਜਿਹੜੀ ਫੀਸ ਹੈ ਜਾਂ 300 ਰੁਪਏ ਫੀਸ ਹੈ, ਇਹ ਕਿੱਥੇ ਯੂਜ਼ ਕੀਤੀ ਜਾਂਦੀ ਹੈ? ਦੇਖੋ ਜੀ, ਇਹ ਸਾਡਾ ਜਿਹੜਾ ਫੰਡ ਹੈ, ਮੰਦਿਰ ਦੇ ਵਿੱਚ ਜਿਹੜੀ ਡਿਵੈਲਪਮੈਂਟ ਹੁੰਦੀ ਹੈ ਜਾਂ ਜਿਹੜੇ ਮੰਦਿਰ ਦੇ ਬਾਕੀ ਖਰਚੇ ਨੇ ਜਾਂ ਜਿਹੜੇ ਜਿਸ ਪ੍ਰਕਾਰ ਦੀਆਂ ਵੀ ਅਸੀਂ ਸੇਵਾਵਾਂ ਦਿੱਤੀਆਂ ਜਾਂਦੀਆਂ ਨੇ, ਤੇ ਜਿਸ ਤਰ੍ਹਾਂ ਸੈਲਰੀਜ਼ ਹੋ ਗਈਆਂ ਜਾਂ ਜਿਹੜੇ ਸਾਡੇ ਫੰਕਸ਼ਨਸ ਹੁੰਦੇ ਨੇ ਜਾਂ ਮੰਦਿਰ ਦੀ ਕੋਈ ਡਿਵੈਲਪਮੈਂਟ ਜਾਂ ਮੇਨਟੇਨੈਂਸ ਦੇ ਉੱਤੇ ਕੀਤਾ ਜਾਂਦਾ, ਇਹ ਸਾਰਾ ਜਿਹੜਾ ਪੈਸਾ ਇੱਕ ਸਾਂਝੇ ਤੌਰ ਦੇ ਉੱਤੇ ਉਹਦੇ ਵਿੱਚ ਯੂਜ਼ ਕੀਤਾ ਜਾਂਦਾ। ਮੈਂ ਇੱਕ ਗੱਲ ਹੋਰ ਕਹਿਣੀ ਚਾਹਾਂਗਾ ਕਿ ਇਹ ਜਿਹੜਾ 50 ਤੋਂ 300 ਰੁਪਇਆ ਹੋਇਆ, ਇਸ ਵਾਸਤੇ ਜਦੋਂ ਫੰਡਸ ਦੀ ਸਾਨੂੰ ਜ਼ਰੂਰਤ ਸੀ, ਡਿਵੈਲਪਮੈਂਟ ਦੀ ਜ਼ਰੂਰਤ ਸੀ, ਤੇ ਸ਼੍ਰੀ ਬੀਬੀ ਦੁਆ ਜੀ ਜਿਹੜੇ ਸਾਡੇ ਮਾਨਯੋਗ ਇੰਟਰਨਲ ਆਡੀਟਰ ਰਹੇ ਨੇ, ਇਹਨਾਂ ਵੱਲੋਂ, ਤੇ ਸ਼੍ਰੀ ਵਿਨੋਦ ਹਾਂਡਾ ਜੀ ਜਿਹੜੇ ਸਾਡੇ ਐਕਸ ਫੰਕਸ਼ਨ ਸੈਕਟਰੀ ਰਹੇ ਨੇ, ਉਹਨਾਂ ਵੱਲੋਂ ਇਹ ਐਡਵਾਈਸ ਕੀਤੀ ਗਈ ਸੀਗੀ ਕਿ ਸੰਵਿਧਾਨ ਦੇ ਵਿੱਚ ਕੁਝ ਚੀਜ਼ਾਂ ਦਾ ਜਿਹੜਾ ਬਦਲਾਵ ਹੋਣਾ ਬੜਾ ਜ਼ਰੂਰੀ ਹੈ, ਕਿਉਂਕਿ ਇਹ ਜਿਹੜਾ ਸੰਵਿਧਾਨ ਸਾਨੂੰ 1984 ਚ ਲਿਖਿਆ ਗਿਆ ਸੀ, ਇਸ ਚੀਜ਼ ਨੂੰ ਲਗਭਗ 40 ਸਾਲ ਹੋ ਚੱਲੇ ਨੇ ਤੇ ਸਮੇਂ ਅਨੁਸਾਰ ਇਹਦੇ ਵਿੱਚ ਸੰਵਿਧਾਨ ਨੂੰ ਬਦਲਣ ਦੀ ਜ਼ਰੂਰਤ ਹੈ, ਜਿਹਦੇ ਵਾਸਤੇ ਇੱਕ 6 ਮੈਂਬਰੀ ਕਮੇਟੀ ਬਣਾਈ ਗਈ ਸੀ, ਜਿਨ੍ਹਾਂ ਦੇ ਚੇਅਰਮੈਨ ਸ਼੍ਰੀ ਬੀਬੀ ਦੁਆ ਜੀ ਸੀਗੇ। ਉਹ ਸਾਡੇ ਮਾਨਯੋਗ ਬੀਬੀ ਦੁਆ ਜੀ, ਵਿਨੋਦ ਹਾਂਡਾ ਜੀ ਦੇ ਨੇਤਰਤਵ ਦੇ ਅੰਦਰ ਜਿਹੜੀ ਕਮੇਟੀ ਬਣਾਈ ਗਈ, ਇਹ ਉਹਨਾਂ ਵੱਲੋਂ ਇਸ ਫੀਸ ਨੂੰ 50 ਰੁਪਏ ਤੋਂ ਵਧਾ ਕੇ 200 ਰੁਪਏ ਕਰਨ ਦੀ ਰਿਕਮੈਂਡੇਸ਼ਨ ਕੀਤੀ ਗਈ, ਜਿਸ ਨੂੰ ਮੇਰੇ ਵੱਲੋਂ 17/10/2021 ਨੂੰ ਹੋਈ ਜਨਰਲ ਹਾਊਸ ਮੀਟਿੰਗ ਦੇ ਵਿੱਚ ਪੇਸ਼ ਕੀਤਾ ਗਿਆ। ਜਦੋਂ ਪਬਲਿਕ 'ਚ ਪੇਸ਼ ਕੀਤਾ ਗਿਆ ਤੇ ਉੱਥੇ ਮੈਂਬਰਾਂ ਵੱਲੋਂ ਇਹ 200 ਦਾ ਵੀ ਘੱਟ ਹੋਣਾ ਦੱਸਦਿਆਂ ਇਹਨੂੰ 300 ਰੁਪਇਆ ਕਰਨ ਬਾਰੇ ਉੱਥੇ ਜਿਹੜੀ ਸਲਾਹ ਦਿੱਤੀ ਗਈ ਤੇ ਸਾਰਿਆਂ ਦੀ ਸਰਬਸੰਮਤੀ ਦੇ ਨਾਲ, ਸਾਰਿਆਂ ਦੀ ਸਹਿਮਤੀ ਦੇ ਨਾਲ ਯੂਨੈਨਿਮਸਲੀ ਇਹਨੂੰ 300 ਰੁਪਇਆ ਪਾਸ ਕਰ ਦਿੱਤਾ ਗਿਆ। ਮੈਂ ਫੇਰ ਕਹਿੰਦਾ, ਬੜੀ ਹੈਰਾਨਗੀ ਦੀ ਗੱਲ ਹੈ ਕਿ ਇਸ ਚੀਜ਼ ਦਾ ਵੀ ਜਿਹੜਾ ਇਲਜ਼ਾਮ ਹੈ, ਇਹੀ ਜਿਹੜੇ ਖੁਦ ਮੈਂਬਰ ਬੀਬੀ ਦੁਆ ਜੀ ਜਿਹੜੇ ਸਾਡੇ ਚੇਅਰਮੈਨ ਸੀਗੇ ਇਸ ਕਮੇਟੀ ਦੇ ਫॉर द ਚੇਂਜ ਆਫ ਕਨਸਟੀਟਿਊਸ਼ਨ, ਜਿਹਨੂੰ ਅਸੀਂ ਏਜੰਡੇ ਵਿੱਚ ਲਿਆ ਕੇ 17/10/2021 ਦੀ ਮੀਟਿੰਗ ਦੇ ਵਿੱਚ ਪਾਸ ਕੀਤਾ, ਇਹਨਾਂ ਦੀ ਵੱਲੋਂ ਦਿੱਤੀ ਹੋਈ ਰਿਕਮੈਂਡੇਸ਼ਨ ਰਿਪੋਰਟ ਇਹਨਾਂ ਵੱਲੋਂ ਦਿੱਤੀ ਗਈ। ਅੱਜ ਇਹ ਸਾਰਾ ਜਿਹੜਾ ਚਿੱਕੜ ਤੇ ਇਲਜ਼ਾਮ ਹੈ ਉਹ ਪ੍ਰਬੰਧਕ ਕਮੇਟੀ ਦੇ ਉੱਤੇ ਲਾ ਰਹੇ ਨੇ। ਮੈਂ ਫੇਰ ਵੀ ਆਪਣੇ ਸਾਰੇ ਮੈਂਬਰ ਸਾਹਿਬਾਨਾਂ ਨੂੰ ਤੇ ਬਾਕੀਆਂ ਨੂੰ ਇੱਕ ਚੀਜ਼ ਧਿਆਨ ਚ ਲਾਵਾਂਗਾ ਕਿ ਇਹ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਕਿ 50 ਦਾ ਜੇ 300 ਹੋ ਗਿਆ ਤੇ 300 ਦਾ ਇਹ ਦੁਬਾਰਾ 50 ਜਾਂ 100 ਜਾਂ 150 ਨਹੀਂ ਹੋ ਸਕਦਾ। ਜੇ ਇਸ ਚੀਜ਼ ਦਾ ਕਿਸੇ ਵੀ ਮੈਂਬਰਾਂ ਨੂੰ ਜਾਂ ਮੈਜੋਰਟੀ ਬੇਸਿਸ ਦੇ ਉੱਤੇ ਇਤਰਾਜ਼ ਹੈ ਤੇ ਇਹ ਦੁਬਾਰਾ ਜਨਰਲ ਹਾਊਸ ਦੇ ਵਿੱਚ ਏਜੰਡੇ ਦੇ ਤੌਰ ਤੇ ਚੀਜ਼ ਰੱਖ ਕੇ ਉਹਨੂੰ ਦੁਬਾਰਾ ਰਿਵਾਈਜ਼ ਕਰਦਿਆਂ ਹੋਇਆਂ ਤੁਹਾਡੇ ਸਾਰਿਆਂ ਦੀ ਸਹਿਮਤੀ ਨਾਲ, ਜਿੱਥੇ ਸਾਰਿਆਂ ਦੀ ਸਹਿਮਤੀ ਹੁੰਦੀ ਵੀ ਇੱਥੇ ਤੱਕ ਅਸੀਂ ਕੰਫਰਟੇਬਲ ਹੈ, ਇੰਨੀ ਜਿਹੜੀ ਫੀਸ ਸਾਰਿਆਂ ਵੱਲੋਂ ਦਿੱਤੀ ਜਾ ਰਹੀ ਹੈ ਜਾਂ ਕਿਸੇ ਵੱਲੋਂ ਕੋਈ ਵੱਧ ਜਾਂ ਘੱਟ ਵੀ ਕੀਤੀ ਜਾ ਸਕਦੀ ਹੈ, ਅਸੀਂ ਉਸ ਤਰੀਕੇ ਨੂੰ ਫਿਕਸ ਕਰਕੇ ਸਾਰਿਆਂ ਦਾ ਸਹਿਯੋਗ ਉਸ ਤਰੀਕੇ ਦੇ ਨਾਲ ਲਵਾਂਗੇ। ਜੀ, ਇਹਨਾਂ ਕੁਝ ਮੈਂਬਰਾਂ ਵੱਲੋਂ ਮੰਦਿਰ ਦੀ ਮਿਠਾਈ ਵਾਲੀ ਦੁਕਾਨ ਦੇ ਸੰਬੰਧ ਵਿੱਚ 3.5 ਲੱਖ ਦੀ ਕੀਮਤ ਚੁੱਕੀ ਜਾਣ ਦੀ ਕੋਈ ਚਰਚਾ ਕੀਤੀ ਗਈ ਹੈ, ਕੀ ਮੁੱਦਾ ਹੈ? ਦੇਖੋ ਜੀ, ਇਹ ਇੱਕ ਦੁਕਾਨ ਦਾ ਮਸਲਾ ਜਿਹੜਾ ਆਲਮੋਸਟ ਸਾਰੇ ਸ਼ਹਿਰ ਨੂੰ, ਸਾਡੇ ਸਾਰੇ ਇਲਾਕਾ ਨਿਵਾਸੀਆਂ ਨੂੰ ਤੇ ਮੈਂਬਰਾਂ ਦੀ ਨੌਲੇਜ ਦੇ ਵਿੱਚ ਹੈ ਕਿ ਇੱਕ ਮੈਂਬਰ ਦੇ ਉੱਤੇ ਵਿਸ਼ਵਾਸ ਕਰਦੇ ਹੋਏ ਜਿਸ ਦਾ ਨਾਮ ਰਜੇਸ਼ ਟੰਡਨ ਸੀ, ਇਹਨੂੰ ਦੇ ਦਿੱਤੀ ਗਈ। ਇਹ ਕਿਸੇ ਵੀ ਆਪਣੀ ਸ਼ਰਤ ਤੇ ਪੂਰੀ ਨਾ ਉਤਰਦਿਆਂ ਹੋਇਆ ਨਾ ਇਸ ਵੱਲੋਂ ਮੰਦਰ ਨੂੰ ਕਿਰਾਇਆ ਦਿੱਤਾ ਗਿਆ ਤੇ ਨਾ ਹੀ ਕਿਸੇ ਸ਼ਰਤ ਦੀ ਜਿਹੜੀ ਪਾਲਣਾ ਕੀਤੀ ਗਈ, ਬਲਕਿ ਇਸ ਨੇ ਬਾਜ਼ਾਰ ਵਿੱਚੋਂ ਜਿਹੜੇ ਲੋਕਾਂ ਕੋ ਕ੍ਰੈਡਿਟ ਦੇ ਉੱਤੇ ਉਧਾਰੀ ਸਮਾਨ ਮੰਗਵਾਇਆ, ਉਹਨਾਂ ਦੀ ਵੀ ਪੇਮੈਂਟ ਨਹੀਂ ਕੀਤੀ ਗਈ। ਇਹ ਸਾਡੇ ਸਾਰੇ ਅੱਖੀ ਵੇਖੀ ਸਬੂਤੀ ਤੌਰ ਦੇ ਉੱਤੇ ਇੱਕ ਬਲੂ ਸਟਾਰ ਦੀ ਮਸ਼ੀਨ ਇਹਦੇ ਵੱਲੋਂ ਮੰਗਾਈ ਗਈ, ਇਹਨੇ ਪੈਸੇ ਨਹੀਂ ਦਿੱਤੇ, ਵਾਪਸ ਚੁੱਕ ਕੇ ਲੈ ਗਏ। ਜਿਹੜਾ ਇਹਨੇ ਇਨਵਰਟਰ ਉੱਥੇ ਲਗਵਾਇਆ, ਇਨਵਰਟਰ ਦੇ ਪੈਸੇ ਨਹੀਂ ਦਿੱਤੇ, ਉਹ ਚੁੱਕ ਕੇ ਲੈ ਗਏ। ਕੋਈ ਖੋਏ ਵਾਲੇ ਤੇ ਕੋਈ ਦੁੱਧ ਵਾਲੇ ਦੇ ਇਹਨੇ ਪੈਸੇ ਨਹੀਂ ਦਿੱਤੇ। ਫਿਰ ਇੱਕ ਜਿਹਦੇ ਕੋਈ ਨੇ ਹਲਵਾਈਆਂ ਦਾ ਸਮਾਨ ਸ਼ਹਿਰ ਲੈ ਕੇ ਆਇਆ ਚੌਂਕ ਲక్ష్మణ ਸਰ ਤੋਂ, ਉਹਨਾਂ ਦੇ ਰੁਪਈਏ ਜਿਹੜੇ ਪੈਂਡਿੰਗ ਸੀ, ਉੱਥੇ ਜਾ ਕੇ ਇੱਕ ਗਲਤ ਚੈੱਕ ਗੋਪਾਲ ਮੰਦਰ ਦਾ ਨਾਂ ਲੈ ਕੇ ਉਧਾਰ ਲੈ ਕੇ ਆਂਦਾ ਰਿਹਾ। ਇਹ ਸਾਰੀਆਂ ਚੀਜ਼ਾਂ ਦਾ ਜਿਹੜੀ ਚਰਚਾ ਸਾਰੇ ਲੋਕਾਂ 'ਚ ਇਹਦੇ ਉਹਨਾਂ ਦੀ ਨੌਲੇਜ 'ਚ ਹੈ। ਪਰ ਮੈਂ ਸਾਰਿਆਂ ਦੇ ਧਿਆਨ 'ਚ ਇਸ ਚੀਜ਼ ਦੇ ਉੱਤੇ ਲਿਆਉਣਾ ਚਾਹੁੰਦਾ, ਇਹਨਾਂ ਦੇ ਧਿਆਨ 'ਚ ਵੀ ਇਹ ਜਿਹੜਾ ਇਸ ਨੂੰ ਜਿਸ ਸਮੇਂ ਦੁਕਾਨ ਇਸ ਕੋਲੋਂ ਛੁਡਵਾਈ ਗਈ,
ਇਹਦੇ ਕੋਲੋਂ ਅੰਦਰ ਜਿੰਨੇ ਵੀ ਐਸਟ ਸੀ, ਚਾਹੇ ਉਹ ਕੈਂਡੀਆਂ ਸੀ, ਚਾਹੇ ਉਹ ਮਸ਼ੀਨਾਂ ਸੀ, ਚਾਹੇ ਉਹਦੇ ਉੱਪਰ ਜਿਹੜੇ ਵੇਟ ਮਸ਼ੀਨਸ ਸੀ, ਜਿੰਨੇ ਵੀ ਉਹਦੇ ਉਪਕਰਨ ਸੀ, ਇਕਵਿਪਮੈਂਟ ਸੀਗੇ, ਇਹਨੇ ਉਹਦੀ ਲਿਸਟ ਦਿੱਤੀ ਗਈ, ਜਿਹਦਾ ਵੇਰਵਾ ਇਹਨੇ 7 ਲੱਖ ਰੁਪਇਆ ਦੱਸਿਆ। ਉਸ ਐਸਟ ਦੇ ਪ੍ਰਤੀ 7 ਲੱਖ ਦੇ ਪ੍ਰਤੀ ਇਹਨੂੰ ਅਸੀਂ 2 ਚੈੱਕ ਇਸ਼ੂ ਕਰ ਦਿੱਤੇ ਗਏ। ਉਹ ਸਾਰੀ ਜਿਹੜੇ ਐਸਟਾਂ ਦੀ ਲਿਸਟ ਨੂੰ ਵੈਲਿਊਏਸ਼ਨ ਕਰਨ ਵਾਸਤੇ ਕਿ ਕਿਆ ਇਹਦੀ ਕੀਮਤ ਵਾਕਈ ਵਿੱਚ ਹੀ ਇੰਨੀ ਬਣਦੀ ਹੈ, ਉਹਦੇ ਵਾਸਤੇ ਇੱਕ 7 ਮੈਂਬਰੀ ਕਮੇਟੀ ਫਿਰ ਬਣਾਈ ਗਈ ਸੀ, ਜਿਨ੍ਹਾਂ ਨੇ ਆਪਣੀ ਰਿਪੋਰਟ ਵਿੱਚ ਬਣਾ ਕੇ ਦਿੱਤਾ ਕਿ ਇਹਦੇ ਵੱਲੋਂ ਇਹ ਚੀਜ਼ ਦਾ ਰੇਟ ਫॉर ਐਗਜ਼ਾਮਪਲ ਲੱਖ ਰੁਪਇਆ ਦਿੱਤਾ ਗਿਆ, ਤੇ ਜਦ ਕਿ ਇਹਦੀ ਵੈਲਿਊ 1,42,000 ਦੇ ਵੱਲੋਂ ਇਹ ਲੱਖ ਰੁਪਇਆ ਪੇ ਕੀਤਾ ਗਿਆ ਤੇ 42,000 ਦੀ ਪੈਂਡੈਂਸੀ ਹੈ। ਉਹ ਸਾਰੀ ਰਿਪੋਰਟ ਮੇਰੇ ਕੋਲ ਦਫ਼ਤਰ ਦੇ ਵਿੱਚ ਮੌਜੂਦ ਹੈ। ਉਹ ਸਬਜੈਕਟ ਟੂ ਕੰਡੀਸ਼ਨ ਇਹ ਸੀ ਕਿਉਂਕਿ ਸਾਡਾ ਜਿਹੜਾ ਗੋਪਾਲ ਮੰਦਰ ਜਿਹੜੀ ਸੁਸਾਇਟੀ ਹੈ, ਸੰਸਥਾ ਹੈ, ਇੱਕ ਰਜਿਸਟਰਡ ਸੁਸਾਇਟੀ ਹੈ, ਤੇ ਰਜਿਸਟਰਡ ਸੁਸਾਇਟੀ ਦੀ ਹਦਾਇਤਾਂ ਸਰਕਾਰ ਦੇ ਮੁਤਾਬਕ ਸਾਨੂੰ ਆਪਣੇ ਅਕਾਊਂਟਸ ਦਾ ਆਡਿਟ ਹਰ ਸਾਲ ਇੱਕ ਸੀਏ ਕੋਲੋਂ ਕਰਵਾਉਣਾ ਪੈਂਦਾ। ਤੇ ਜੇ ਮੈਂ 7 ਲੱਖ ਦੇ ਐਸਟ ਪਰਚੇਸ ਕੀਤੇ ਸੀ, ਔਰ ਪਹਿਲੀ ਗੱਲ ਜੀ ਉਹ ਨਵੇਂ ਐਸਟ ਸੀ, ਜਿਹੜਾ ਇਹਨੇ ਮੁੱਲ ਪਾਇਆ 15-20 ਦਿਨ ਜਾਂ 25 ਦਿਨ ਪੁਰਾਣਾ, ਉਹ ਨਵੇਂ ਦੇ ਹਿਸਾਬ ਨਾਲ ਪੈਸੇ ਲਏ। ਜਦੋਂ ਮੈਂ ਨਵੇਂ ਦੇ ਹਿਸਾਬ ਨਾਲ ਪੈਸੇ ਲਏ, ਇਹਦੇ ਕੋਲੋਂ ਅਸੀਂ ਬਿੱਲਾਂ ਦੀ ਡਿਮਾਂਡ ਕੀਤੀ ਗਈ ਕਿ ਭਾਈ ਜਿਹੜੇ ਤੂੰ ਆਪਣੇ ਲਿੱਤੇ ਆ, ਸਾਨੂੰ ਉਹਦੇ ਬਿੱਲ ਉਹਦੇ ਪ੍ਰੋਡਿਊਸ ਕਰ ਦੇ। ਔਰ ਸਬਜੈਕਟ ਟੂ ਕੰਡੀਸ਼ਨ ਇਹਨੂੰ ਜਿਹੜਾ ਦੂਜਾ 3.5 ਲੱਖ ਦਾ ਚੈੱਕ ਦਿੱਤਾ ਗਿਆ ਸੀ ਕਿ ਜਦੋਂ ਤੇਰੇ ਬਿੱਲ ਇੱਥੇ ਆ ਜਾਣਗੇ ਤਾਂ ਚੈੱਕ ਪਾਸ ਕਰਾਤਾ ਜਾਏਗਾ। ਪਹਿਲਾ ਚੈੱਕ ਇਹਨੂੰ ਦਿੱਤਾ ਗਿਆ ਸੀਗਾ 30 ਮਾਰਚ ਦਾ, ਦੂਸਰਾ ਇਹਨੂੰ ਚੈੱਕ ਦਿੱਤਾ ਗਿਆ ਸੀ 30 ਅਪ੍ਰੈਲ ਦਾ, ਜਦ ਕਿ ਇਹਨੂੰ 20 ਅਪ੍ਰੈਲ ਦੇ ਵਿੱਚ ਰਜਿਸਟਰਡ ਡਾਕ ਰਾਹੀਂ ਇਹਨੂੰ ਇਤਲਾਹ ਵੀ ਦਿੱਤੀ ਗਈ ਕਿ ਅੱਗੇ ਸਮਾਂ ਸਾਡਾ ਥੋੜਾ ਰਹਿ ਗਿਆ ਤੇ ਤੂੰ ਭਾਈ ਮਿਹਰਬਾਨੀ ਕਰਕੇ ਆਪਣੇ ਸਾਰੇ ਬਿੱਲ ਜਮ੍ਹਾਂ ਕਰਵਾ ਦੇ, ਤਾਂ ਜੋ ਤੇਰੀ ਪੇਮੈਂਟ ਦੇ ਜਿਹੜੀ ਪੈਂਡਿੰਗ ਪੇਮੈਂਟ ਹੈ ਉਹਦੇ ਵਿੱਚ ਕਿਸੇ ਪ੍ਰਕਾਰ ਦਾ ਡਿਲੇ ਨਾ ਆਵੇ। ਪਰ ਇਹਨੇ ਉਹਨੂੰ ਨਜ਼ਰਅੰਦਾਜ਼ ਕਰਦਿਆਂ, ਕਿਉਂਕਿ ਇਹਦੀ ਨੀਅਤ ਦੇ ਵਿੱਚ ਖੋੜ ਸੀ, ਇਹਨੇ ਬਿੱਲ ਨਹੀਂ ਜਮ੍ਹਾਂ ਕਰਵਾਏ। ਉਹਦੇ ਪ੍ਰਮਾਣ ਸਰੂਪ ਮੈਨੂੰ ਇਸ ਦੀ ਜਿਹੜੀ ਸਟਾਪ ਪੇਮੈਂਟ ਹੈ ਉਹ ਬੈਂਕ ਦੇ ਥਰੂ ਕਰਵਾਉਣੀ ਪਈ। ਬਾਕੀ ਇਹਨੇ ਸਾਡੇ ਜਿਹੜਾ ਇਸ ਪ੍ਰਤੀ ਕੋਰਟ ਦੇ ਵਿੱਚ ਵੀ ਕੇਸ ਕੀਤਾ, ਐਸਪੀ ਸਾਹਿਬ ਕੋਲ ਇਨਕੁਆਇਰੀ ਵੀ ਲਵਾਈ ਹੈ, ਉੱਥੇ ਕੁਝ ਨਹੀਂ ਬਣਿਆ। ਅਸੀਂ ਲਿਖ ਕੇ ਦੇ ਦਿੱਤਾ ਕਿ ਜੀ ਸਾਡੇ ਬਿੱਲ ਅੱਜ ਦੇ ਦੇਵੇ, ਸਾਡੇ ਵੱਲੋਂ ਹੁਣੇ ਚੈੱਕ ਲੈ ਕੇ 10 ਮਿੰਟ 'ਚ ਪੇਮੈਂਟ 15 ਮਿੰਟ 'ਚ ਕਲੀਅਰ ਕਰਾ ਲਿਆ, ਸਾਡੇ ਵੱਲੋਂ ਕੋਈ ਇਤਰਾਜ਼ ਨਹੀਂ ਹੈ। ਦੇਖੋ, ਬੀਇੰਗ ਅ ਰਜਿਸਟਰਡ ਸੁਸਾਇਟੀ, ਜਿਹੜੀ ਸਾਡੀ ਇੱਕ ਸੰਸਥਾ ਰਜਿਸਟਰਡ ਹੈ, ਇਹਦੇ ਵਾਸਤੇ ਕੋਈ ਵੀ ਪਰਚੇਸ ਕਰਨ ਲਈ ਉਹਦੇ ਬਿੱਲ ਹੋਣਾ ਸਾਡੇ ਲਈ ਲਾਜ਼ਮੀ ਹੈ, ਜ਼ਰੂਰੀ ਹੈ, ਕਿਉਂਕਿ ਇਹਦਾ ਜਿੰਨਾ ਖਾਤੇ ਦਾ ਵੇਰਵਾ ਪਰਚੇਸ ਕੀਤੀ ਦਾ ਜਾਂ ਪੈਸੇ ਖਰਚਦਾ ਸਾਨੂੰ ਸਰਕਾਰ ਨੂੰ ਦੇਣਾ ਪੈਂਦਾ। ਤੇ 7 ਲੱਖ ਕੋਈ ਛੋਟੀ ਅਮਾਉਂਟ ਨਹੀਂ ਹੈ, ਛੋਟੀ ਰਕਮ ਨਹੀਂ ਹੈ, ਉਹਦੇ ਬਿੱਲ ਮੇਰੇ ਵਾਸਤੇ ਲਾਜ਼ਮੀ ਨੇ। ਮੈਂ ਸਾਰੀ ਜਨਤਾ ਦੇ ਧਿਆਨ 'ਚ ਲਿਆਉਂਦਾ ਕਹਿੰਦਾ ਇਹਦੀ ਕੋਈ ਪੇਮੈਂਟ ਸਾਡੀ ਵੱਲੋਂ ਸਾਡੇ ਇੰਟੈਂਸ਼ਨਲੀ ਆਪਣੇ ਨਿੱਜੀ ਜਿਹੜੇ ਇੰਟਰਸਟ ਕਰਕੇ ਨਹੀਂ ਇਹਦੀ ਕੀਤੀ ਗਈ, ਇਹਦੇ ਬਿੱਲ ਪੈਂਡਿੰਗ ਹੋਣ ਕਰਕੇ ਪੇਮੈਂਟ ਹੈ। ਸਾਰੀ ਸੰਗਤ ਨੂੰ ਅਪੀਲ ਕਰਦਾ ਕਿ ਇਹਦੇ ਕੋਲੋਂ ਬਿੱਲ ਲੈ ਕੇ ਜਿਸ ਦਿਨ ਸਾਨੂੰ ਜਮ੍ਹਾਂ ਕਰਾ ਦੇਣ, ਸਾਡੇ ਕੋਲੋਂ ਚੈੱਕ ਲਿਜਾ ਕੇ ਇਹਨੂੰ ਦੇ ਦੇਣ। ਸੋ ਇਹ ਟੋਟਲ ਇੱਕ ਗਲਤ ਦੁਰਪ੍ਰਚਾਰ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਇਸ ਬੰਦੇ ਵੱਲੋਂ ਕੀਤਾ ਜਾ ਰਿਹਾ, ਹੋਰ ਕੁਝ ਨਹੀਂ ਹੈ। ਸੁਨੀਲ ਜੀ, ਐਜ਼ ਦੀ ਗੋਪਾਲ ਮੰਦਰ ਕਮੇਟੀ ਜਨਰਲ ਸੈਕਟਰੀ, 9 ਤਰੀਕ ਨੂੰ ਮੰਦਰ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣ ਜਾ ਰਹੀਆਂ, ਮੈਂਬਰਾਂ ਤੁਸੀਂ ਕੀ ਬੇਨਤੀ ਕਰਨਾ ਚਾਹੁੰਦੇ? ਮੈਂ ਸਾਰੇ ਮਾਨਯੋਗ ਮੈਂਬਰਾਂ ਨੂੰ ਹੱਥ ਜੋੜ ਕੇ ਇੱਕੋ ਹੀ ਬੇਨਤੀ ਕਰਨਾ ਚਾਹੁੰਦਾ ਕਿ ਜੋ ਕੁਝ ਵੀ ਸਾਡੇ ਇਸ 3 ਸਾਲ ਦੇ ਟੈਨਿਓਰ ਦੇ ਵਿੱਚ, ਇਸ 3 ਸਾਲ ਦੇ ਜਿਹੜੇ ਸਮੇਂ ਦੇ ਵਿੱਚ ਆਪ ਜੀ ਦੇ ਸਾਰਿਆਂ ਦੇ ਸਹਿਯੋਗ ਨਾਲ ਜਿਹੜੀਆਂ ਉਪਲਬਧੀਆਂ ਪ੍ਰਾਪਤ ਕੀਤੀਆਂ ਗਈਆਂ, ਉਹਨਾਂ ਨੂੰ ਮੱਦੇ-ਨਜ਼ਰ ਰੱਖਦਿਆਂ ਹੋਇਆਂ ਸੱਚ ਦਾ ਸਾਥ ਦਿਓ, ਤਾਂ ਜੋ ਇਹ ਪ੍ਰਬੰਧਕ ਕਮੇਟੀ ਭਵਿੱਖ ਵਿੱਚ ਆ ਕੇ ਆਪ ਜੀ ਦੇ ਦੁਬਾਰਾ ਸਹਿਯੋਗ ਦੇ ਨਾਲ ਇਸ ਤੋਂ ਵੀ ਵੱਧ ਹੋਰ ਕਈ ਜਿਹੜੀਆਂ ਸੇਵਾਵਾਂ, ਕਈ ਸੁਵਿਧਾਵਾਂ ਜਿਹੜੀਆਂ ਨੇ ਉਪਲਬਧ ਤੁਹਾਨੂੰ ਕਰਵਾ ਸਕੇ। ਸ਼੍ਰੀ ਗੋਪਾਲ ਮੰਦਿਰ ਗੋਕਲ ਐਵਨਿਊ ਵਿਖੇ ਸ਼੍ਰੀ ਕੈਲਾਸ਼ ਖਲਨ ਜੀ ਦੀ ਪ੍ਰਧਾਨਗੀ ਹੇਠ ਮੰਦਿਰ ਦੀ ਪ੍ਰਬੰਧਕ ਕਮੇਟੀ ਵੱਲੋਂ 2020 ਤੋਂ 2022 ਦਰਮਿਆਨ ਕੀਤੇ ਗਏ ਵਿਕਾਸ ਕਾਰਜ ਪ੍ਰਤੀ ਜਾਣਕਾਰੀ ਹਾਸਲ ਕਰਨ ਲਈ ਅੱਜ ਅਸੀਂ ਮੰਦਿਰ ਕਮੇਟੀ ਦੇ ਇੱਕ ਸੇਵਾਦਾਰ ਰਕੇਸ਼ ਪੁਰੀ ਜੀ ਦੇ ਰੂਬਰੂ ਹੋਣ ਜਾ ਰਹੇ ਹਾਂ। ਅੱਜ ਅਸੀਂ ਇਹਨਾਂ ਕੋਲੋਂ ਜਾਣਾਂਗੇ ਕਿ ਸ਼੍ਰੀ ਕੈਲਾਸ਼ ਖਲਨ ਜੀ ਦੀ ਪ੍ਰਧਾਨਗੀ ਹੇਠ ਪਿਛਲੇ 3 ਸਾਲਾਂ ਵਿੱਚ ਕਿਹੜੇ ਵਿਕਾਸ ਕਾਰਜ ਕੀਤੇ ਗਏ ਹਨ। ਕਿ ਜੀ जनता की जानकारी ਲਈ श्री गोपाल मंदिर विखे ਹੋਏ ਉਪਲਬਧੀਆਂ ਬਾਰੇ ਤੁਹਾਡੇ ਕੋਲੋਂ ਕੁਝ ਜਾਣਕਾਰੀ ਹਾਸਲ ਕਰਾਂਗੇ। ਵਿਖੇ ਜੀ ਮੰਦਿਰ ਵਿੱਚ ਮੌਜੂਦ ਪ੍ਰਬੰਧਕ ਕਮੇਟੀ ਵੱਲੋਂ ਕਿਸ ਤਰ੍ਹਾਂ ਦੀ ਨਵੀਕਰਨ ਕੀਤੇ ਗਏ ਹਨ ਅਤੇ ਸ਼ਹਿਰ ਨਿਵਾਸੀਆਂ ਨੂੰ ਕਿਹੜੀ ਸੇਵਾਵਾਂ ਉਪਲਬਧ ਕਰਾਉਣ ਦੇ ਇੰਤਜ਼ਾਮ ਕੀਤੇ ਗਏ। ਸਭ ਤੋਂ ਪਹਿਲਾਂ ਮੈਂ ਤੁਹਾਡੇ ਸੋਸ਼ਲ ਮੀਡੀਆ ਰਾਹੀਂ ਆਪਣੇ ਮੰਦਿਰ ਦੇ ਜਿਨ੍ਹਾਂ ਨੇ ਪੁਰਾਣੇ ਬਜ਼ੁਰਗਾਂ ਨੇ ਇਸ ਗੋਪਾਲ ਮੰਦਿਰ ਦਾ ਨੀਂਹ ਪੱਥਰ ਰੱਖਿਆ ਔਰ ਇਹਦੇ ਵਿੱਚ ਇੱਕ ਵੀ ਕੋਈ ਨਿੱਕਾ ਵੀ ਕੰਮ ਕੀਤਾ, ਉਹ ਤੇ ਦੂਸਰੇ ਨੰਬਰ ਤੇ ਸਾਡੇ ਭਗਤ, ਸਾਡੇ ਮੈਂਬਰ ਸਾਹਿਬਾਨ, ਸ਼ਹਿਰ ਦੇ ਵਾਸੀ ਸਾਰਿਆਂ ਦਾ ਮੈਂ ਤਹਿ ਦਿਲੋਂ ਕੋਟਨ ਕੋਟ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਮੰਦਿਰ ਨੂੰ ਇੱਥੋਂ ਤੱਕ ਪਹੁੰਚਾਇਆ। ਉਸ ਤੋਂ ਬਾਅਦ ਜਿਹੜੀ ਅਸੀਂ ਇਹਦੇ 3 ਸਾਲ ਦੇ ਵਿੱਚ ਜਿਹੜੀ ਨਵੀਂ ਨੀਂਹ ਕਰਨ ਦਾ ਸਾਨੂੰ ਜ਼ਿੰਮੇਵਾਰੀ ਲਾਈ ਗਈ, ਜੋ ਸਾਨੂੰ ਸਾਡੇ ਮੈਂਬਰ ਸਾਹਿਬਾਨ ਨੇ ਚੁਣ ਕੇ 3 ਸਾਲ ਦਾ ਸਮਾਂ ਦਿੱਤਾ, ਉਸ ਸਮੇਂ ਦੌਰਾਨ
ਅਸੀਂ ਆਪਣੇ ਗੋਪਾਲ ਮੰਦਿਰ ਦਾ ਲੋਕਾਂ ਦੇ ਸਾਰੇ ਭਰਾਵਾਂ ਦੇ ਸਾਰੇ ਸਾਥੀਆਂ ਦੇ ਸਾਰੇ ਮੈਂਬਰਾਂ ਦੇ ਸਾਰੇ ਇਲਾਕਾ ਨਿਵਾਸੀਆਂ ਦੇ ਸਾਰੇ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਚਾਹੇ ਕਿਸੇ ਨੇ ਕਿਸੇ ਤਰ੍ਹਾਂ ਦਾ ਵੀ ਸਹਿਯੋਗ ਕੀਤਾ ਉਸ ਸਹਿਯੋਗ ਨੂੰ ਮੁੱਖ ਰੱਖਦੇ ਹੋਏ ਇਸ ਮੰਦਿਰ ਦਾ ਨਵੀਨੀਕਰਨ ਕੀਤਾ ਗਿਆ ਜੋ ਪਿਛਲੇ ਕਈ ਸਾਲਾਂ ਤੋਂ ਰੁਕਿਆ ਪਿਆ ਸੀ ਨਹੀਂ ਕੀਤਾ ਗਿਆ। ਉਸ ਨਵੀਨੀਕਰਨ ਨੂੰ ਅੱਜ ਤੁਹਾਡੇ ਸਾਰੇ ਸਾਹਮਣੇ ਆ। ਉਹਦੇ ਵਿੱਚ ਅਸੀਂ ਮੰਦਿਰ ਦੇ ਅੰਦਰ 3 ਏਸੀ ਹਾਲ ਬਣਾਏ ਆ, ਉਹਦੇ ਵਿੱਚ ਇੱਕ ਲਿਫਟ ਦਾ ਅਰੇਂਜਮੈਂਟ ਕੀਤਾ ਔਰ ਉਹਦੇ ਵਿੱਚ ਅਸੀਂ ਬਾਹਰ ਦੁਕਾਨ ਦਾ ਕੰਮ ਇੱਕ ਨਵੀਂ ਦੁਕਾਨ ਖੋਲੀ ਜਿਹੜੀ ਕਿ ਲੋਕਾਂ ਨੂੰ ਮਠਿਆਈਆਂ ਜਿਹੜੀਆਂ ਉਹ ਸਹੀ ਰੇਟ ਤੇ ਮਿਲ ਸਕਣ। ਉਹਦਾ ਸਾਰਾ ਨਵੀਨੀਕਰਨ ਜੋ ਪਬਲਿਕ ਦੇ ਸਾਹਮਣੇ ਆ ਉਹ ਅਸੀਂ ਕੀਤਾ। ਇਹ ਸਾਡੀ ਜਾਣਕਾਰੀ ਦੇ ਮੁਤਾਬਿਕ ਮੰਦਿਰ 'ਚ ਇੱਕ ਲੈਬੋਰਟਰੀ ਵੀ ਹੈ, ਉਹਦੇ ਵਿੱਚ ਕਿਹੜੀ ਵਿਸ਼ੇਸ਼ ਸੇਵਾਵਾਂ ਦਿੱਤੀਆਂ ਜਾ ਰਹੀਆਂ? ਦੇਖੋ ਜੀ, ਮੰਦਿਰ ਦੇ ਵਿੱਚ ਅਸੀਂ ਲੈਬੋਰਟਰੀ ਦਾ ਕੀਤਾ ਤੀਸਰੀ ਮੰਜ਼ਿਲ ਦੇ ਉੱਤੇ ਲੈਬੋਰਟਰੀ ਦਾ ਕੰਮ ਸ਼ੁਰੂ ਕੀਤਾ। ਉਹਦੇ ਵਿੱਚ ਅਸੀਂ ਆਧੁਨਿਕ ਮਸ਼ੀਨਾਂ ECG ਵਗੈਰਾ ਟੈਸਟ ਵਗੈਰਾ ਡਾਕਟਰ ਸਾਰੇ MBBS ਡਾਕਟਰ ਬੈਠਦੇ ਆ, ਸਾਰਾ ਅਰੇਂਜਮੈਂਟ ਕੀਤਾ। ਉਹਦੇ ਵਿੱਚ ਅਸੀਂ ਲੋਕਾਂ ਨੂੰ ਇਹਦੇ ਵਿੱਚ 20 ਰੁਪਏ ਦੇ ਵਿੱਚ ਡਾਕਟਰੀ ਟੈਸਟ ਤੇ ਜਿਹੜੇ ਦੂਸਰੇ ਟੈਸਟ ਹੈ ਉਹ ਵੀ ਕੀਤੇ ਜਾਂਦੇ ਔਰ ECG ਵਗੈਰਾ ਵੀ 60 ਰੁਪਏ ਦੇ ਵਿੱਚ ਮਾਤਰ 60 ਰੁਪਏ ਦੇ ਵਿੱਚ ਲੋਕਾਂ ਦੀ ECG ਵਗੈਰਾ ਕੀਤੇ ਜਾਂਦੇ ਹਨ। ਔਰ ਜੋ ਵੀ ਇਹਦੇ ਵਿੱਚ ਹੋਰ ਵੀ ਟੈਸਟ ਨੇ ਅਲਟਰਾਸਾਊਂਡ ਹੈ ਜਾਂ ਵਗੈਰਾ ਕੁਝ ਵੀ ਚੀਜ਼ਾਂ ਨੇ ਕਿਉਂਕਿ ਅੱਜ ਸਮੇਂ ਦੇ ਮੁਤਾਬਕ ਲੋਕਾਂ ਨੂੰ ਮੈਡੀਕਲ ਸਹੂਲਤਾਂ ਦੀ ਬੜੀ ਲੋੜ ਆ, ਉਹਦੇ ਅਨੁਸਾਰ ਅਸੀਂ ਇਹ ਮੰਦਿਰ ਦੇ ਵਿੱਚ ਕੰਮ ਕੀਤਾ ਔਰ ਇਹਦੇ ਵਿੱਚ ਜਿਹੜੇ ਵੀ ਟੈਸਟ ਹੈ ਸਾਰੇ ਸ਼ਹਿਰ ਨਾਲੋਂ ਅੱਧੇ ਰੇਟ ਤੇ ਕੀਤੇ ਜਾਂਦੇ। ਗੋਪਾਲ ਮੰਦਿਰ ਵੱਲੋਂ ਇਹ ਸੁਵਿਧਾ ਆਮ ਲੋਕਾਂ ਨੂੰ ਹਰ ਜਨ ਨੂੰ ਪਹੁੰਚਾਉਣ ਦੇ ਵਿੱਚ ਇਹ ਕੰਮ ਅਸੀਂ ਸ਼ੁਰੂ ਕੀਤਾ। ਲੈਬੋਰਟਰੀ ਦਾ ਜਿਹੜਾ ਕੰਮ ਅਸੀਂ ਉੱਥੇ ਆਪਣੇ ਮੰਦਿਰ ਦੇ ਵਿੱਚ ਸ਼ੁਰੂ ਕੀਤਾ। ਇਹ ਜੀ ਮੇਰੀ ਜਾਣਕਾਰੀ ਮੁਤਾਬਿਕ ਇਸ ਲੈਬ ਦਾ ਇੰਤਜ਼ਾਮ ਦੂਜੀ ਮੰਜ਼ਿਲ ਤੇ ਕੀਤਾ ਗਿਆ ਹੈ। ਕੀ ਸਾਡੇ ਦਰਸ਼ਕਾਂ ਨੂੰ ਦੱਸੋਗੇ ਕਿ ਇਹਨਾਂ ਸੇਵਾਵਾਂ ਦਾ ਲਾਭ ਲੈਣ ਲਈ ਕਿਸ ਤਰ੍ਹਾਂ ਦਾ ਪ੍ਰਬੰਧ ਕੀਤੇ ਗਏ ਹਨ? ਅਸੀਂ ਇਸ ਦਾ ਇੰਤਜ਼ਾਮ ਦੂਸਰੀ ਮੰਜ਼ਿਲ ਤੇ ਇਸ ਕਰਕੇ ਕੀਤਾ ਕਿ ਥੱਲੜੇ ਹਾਲ ਲੋਕਾਂ ਦੇ ਪ੍ਰੋਗਰਾਮ ਜਿਹੜੇ ਕੋਈ ਵਿਆਹ ਸ਼ਾਦੀਆਂ ਜਾਂ ਕਿਰਿਆ ਰਸਮ ਉਹਦੇ ਵਾਸਤੇ ਰੱਖੇ ਨੇ, ਲੇਕਿਨ ਇੱਕ ਹਾਲ ਜਿਹੜਾ ਅਸੀਂ ਇਹਦੇ ਵਾਸਤੇ ਰੱਖਿਆ ਉਹਦੇ ਵਾਸਤੇ ਅਸੀਂ ਇੱਕ ਸਹੂਲਤ ਇਹਦੇ ਵਿੱਚ ਇਹ ਦਿੱਤੀ ਹੈ ਕਿ ਮੰਦਿਰ ਦੇ ਵਿੱਚ ਅਸੀਂ ਲਿਫਟ ਦਾ ਅਰੇਂਜ ਕੀਤਾ ਵੀ ਕੋਈ ਵੀ ਬਜ਼ੁਰਗ ਸਾਡੇ ਮਾਂ-ਬਾਪ ਸਾਡੇ ਜੋ ਵੀ ਬਜ਼ੁਰਗ ਸਾਹਿਬਾਨ ਜਿਹੜੇ ਪੌੜੀਆਂ ਨਹੀਂ ਚੜ੍ਹ ਸਕਦੇ ਚਾਹੇ ਹੈਂਡੀਕੈਪ ਚਾਹੇ ਬਜ਼ੁਰਗ ਹੋਣ ਉਹਨਾਂ ਨੂੰ ਅਸੀਂ ਉੱਥੇ ਲਿਫਟ ਮਤਲਬ ਦਾ ਅਰੇਂਜ ਕਰਕੇ ਦਿੱਤਾ। ਲਿਫਟ ਲੱਗੀ ਹੈ, ਉਹ ਲਿਫਟ ਰਾਹੀਂ ਆਪਣੀ ਲੈਬ 'ਚ ਪਹੁੰਚਣ ਤੇ ਪਹੁੰਚ ਕੇ ਆਪਣਾ ਇਲਾਜ ਕਰਾ ਸਕਣ, ਪੌੜੀਆਂ 'ਚ ਉਹਨਾਂ ਨੂੰ ਨਾ ਚੜ੍ਹਨਾ ਪਵੇ, ਕੋਈ ਦਿੱਕਤ ਨਾ ਆਵੇ। ਉਹਦੇ ਵਿੱਚ ਮੰਦਿਰ ਦੇ ਵਿੱਚ ਇੱਕ ਲਿਫਟ ਦਾ ਅਰੇਂਜ ਵੀ ਕੀਤਾ ਗਿਆ ਹੈ। ਇਸ ਮੌਜੂਦ ਕਮੇਟੀ ਵੱਲੋਂ ਮੰਦਿਰ ਵਿੱਚ ਵੱਖ-ਵੱਖ ਸਮੇਂ ਤੇ ਬੜੇ ਵੱਡੇ ਪੱਧਰ ਤੇ ਧਾਰਮਿਕ ਸਮਾਗਮ ਕੀਤੇ ਜਾ ਰਹੇ ਹਨ। ਕੀ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋਗੇ ਕਿ ਇਹਨਾਂ ਸਮਾਗਮਾਂ ਵਿੱਚ ਕਿਸ ਪ੍ਰਕਾਰ ਦੇ ਪ੍ਰਬੰਧ ਕੀਤੇ ਜਾ ਰਹੇ ਹਨ? ਅਸੀਂ ਆਪਣੇ ਗੋਪਾਲ ਮੰਦਿਰ ਦੇ ਵਿੱਚ ਜਿਹੜੇ ਪ੍ਰੋਗਰਾਮ ਸਾਡੇ ਹਿੰਦੂ ਧਰਮ ਰੀਤੀ ਰਿਵਾਜ ਮੁਤਾਬਕ ਜਿਹੜੇ ਸਾਲ ਦੇ ਵਿੱਚ ਸ਼ਿਵਰਾਤਰੀ ਜਨਮ ਅਸ਼ਟਮੀ ਔਰ ਨਵਰਾਤਰਿਆਂ ਦੇ ਜਿਹੜੇ ਸਾਲ 'ਚ 2 ਵਾਰੀ ਪ੍ਰੋਗਰਾਮ ਹੁੰਦੇ ਹਨ ਉਹਨਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਸ਼ਿਵਰਾਤਰੀ ਔਰ ਜਨਮ ਅਸ਼ਟਮੀ ਦੇ ਦਿਨ ਅਸੀਂ ਪ੍ਰਵਚਨ ਕਰਤਾ ਜਿਹੜੇ ਸਾਡੇ ਉੱਚ ਕੋਟੀ ਦੇ ਪ੍ਰਵਚਨ ਕਰਤਾ ਉਹਨਾਂ ਨੂੰ ਇੱਥੇ ਹਾਇਰ ਕਰਦੇ ਹਾਂ, ਬੁਲਾਉਂਦੇ ਹਾਂ ਔਰ ਭਗਤਾਂ ਨੂੰ ਸੰਗਤਾਂ ਨੂੰ ਉਹ ਆਪਣੇ ਪ੍ਰਵਚਨਾਂ ਰਾਹੀਂ ਪੂਰਾ ਲੀਨ ਕਰਦੇ, ਪ੍ਰਭੂ ਚਰਨਾਂ 'ਚ ਲੀਨ ਕਰਦੇ ਆ ਔਰ ਆਪਣੀਆਂ ਪ੍ਰਵਚਨਾਂ ਰਾਹੀਂ ਲੋਕਾਂ ਨੂੰ ਨਿਹਾਲ ਕਰਦੇ ਨੇ। ਤੇ ਜਿਹੜੇ ਨਵਰਾਤਰੇ ਆ ਉਹ ਸਾਲ 'ਚ 2 ਵਾਰੀ ਹੁੰਦੇ ਆ। ਉਹਨਾਂ ਨਵਰਾਤਰਿਆਂ ਦੇ ਵਿੱਚ 5 ਤੋਂ 7 ਦਿਨ ਰੋਜ਼ ਦੇ ਜਾਗਰਣ ਹੁੰਦੇ ਆ। ਹਰ ਨਰਾਤੇ ਦੇ ਵਿੱਚ ਇੱਕ ਉੱਚ ਕੋਟੀ ਦੀਆਂ ਪਾਰਟੀਆਂ ਜਾਗਰਣ ਮੰਡਲੀਆਂ ਹੁੰਦੀਆਂ ਨੇ ਔਰ ਇਹਦੇ ਵਿੱਚ ਪੈਸੇ ਦਾ ਕਦੀ ਇਹ ਨਹੀਂ ਦੇਖਿਆ ਗਿਆ ਕਿ ਸਾਨੂੰ ਕੋਈ ਮਾੜੀ ਪਾਰਟੀ, ਅਸੀਂ ਉੱਚ ਕੋਟੀ ਦੀਆਂ ਪਾਰਟੀਆਂ ਸਾਰੀਆਂ ਸੱਦ ਕੇ ਉਹਨਾਂ ਦੇ ਕੀਤੇ ਹੋਏ ਜਾਗਰਣ ਰਾਹੀਂ ਭਗਤਾਂ ਨੂੰ ਉਹ ਆਪਣੇ ਜਾਗਰਣ ਰਾਹੀਂ ਨਿਹਾਲ ਕਰਦੇ ਨੇ ਤੇ ਭਗਤ ਜਿਹੜੇ ਸਾਡੇ ਸ਼ਰਧਾਲੂ ਨੇ ਉਸ ਦਾ ਪੂਰਾ ਲਾਭ ਲੈਂਦੇ ਨੇ ਔਰ ਪ੍ਰਭੂ ਭਗਤੀ ਦੇ ਵਿੱਚ ਮਾਤਾ ਦੇ ਨਵਰਾਤਰਿਆਂ ਦੇ ਵਿੱਚ ਉਹਨਾਂ ਦੇ ਚਰਨਾਂ 'ਚ ਲੀਨ ਹੁੰਦੇ ਆ। ਪ੍ਰਵਚਨਾਂ ਦੇ ਵਿੱਚ ਜਿਹੜੇ ਪ੍ਰਵਚਨ ਔਰ ਨਵਰਾਤਰਿਆਂ 'ਚ ਜਾਗਰਣ ਕੀਤੇ ਜਾਂਦੇ ਹਨ ਇਸ ਵਿੱਚ ਗੋਪਾਲ ਮੰਦਿਰ ਦੇ ਅੰਦਰ ਸ਼ਹਿਰ ਦੇ ਕੋਨੇ-ਕੋਨੇ ਤੋਂ ਭਗਤ ਜਨ ਆਉਂਦੇ ਹਨ ਅਤੇ ਆਪਣੀਆਂ ਪ੍ਰਭੂ ਦੀਆਂ ਜਿਹੜੀਆਂ ਜਾਗਰਣ ਹੈ ਜਾਂ ਪ੍ਰਵਚਨ ਕਰਦੇ ਨੇ ਉਹਨਾਂ ਦਾ ਲਾਭ ਲੈਂਦੇ ਹਨ। ਕਾਫੀ ਹੱਦ ਤੱਕ ਸ਼ਰਧਾਲੂਆਂ ਦੀ ਗਿਣਤੀ ਜਿਹੜੀ ਹੈ ਸ਼੍ਰੀ ਗੋਪਾਲ ਮੰਦਿਰ ਦੇ ਵਿੱਚ ਵਧੀ ਹੈ। ਮੈਂ ਇਸ ਤੇ ਵੀ ਸਾਰੇ ਸ਼ਰਧਾਲੂਆਂ ਦਾ ਸਾਰੇ ਆਪਣੇ ਮੈਂਬਰਾਂ ਦਾ ਇਸ ਗੱਲੋਂ ਵੀ ਧੰਨਵਾਦ ਕਰਦਾ। ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਇਹਨਾਂ ਸਮਾਗਮਾਂ ਦਾ ਆਨੰਦ ਮਾਣਨ ਸੰਗਤਾਂ ਸ਼ਹਿਰ ਦੇ ਹਰ ਇੱਕ ਕੋਨੇ ਤੋਂ ਪਹੁੰਚਦੀਆਂ ਹਨ, क्या ਮੰਦਿਰ ਦੀ ਸਾਲਾਨਾ ਭੇਟ ਵਿੱਚ ਕੋਈ ਵਾਧਾ ਪਾਇਆ ਗਿਆ ਹੈ? ਦੇਖੋ ਜੀ, ਮੰਦਿਰ ਦੇ ਅੰਦਰ ਅਸੀਂ 3 ਸਾਲ ਤੋਂ ਆਏ ਆ। ਪਿਛਲੇ ਸਮੇਂ ਦੇ ਵਿੱਚ ਜੋ ਕੁਝ ਹੋਇਆ ਉਹਦੇ ਵੀ ਵੇਰਵੇ ਸਾਡੇ ਕੋਲ ਸਾਰੇ ਮੌਜੂਦ ਨੇ। ਮੈਂ ਸਮਝਦਾ ਕਿ ਮੰਦਿਰ ਦੇ 3 ਸਾਲਾਂ ਦੇ ਅੰਦਰ ਵੈਸੇ ਤਾਂ ਪੁਰਾਣੇ ਜਿਨ੍ਹਾਂ ਨੇ ਮੰਦਿਰ ਨੂੰ ਇੱਥੋਂ ਤੱਕ ਉਸਾਰਿਆ ਮੈਂ ਤਾਂ ਪਹਿਲਾਂ ਉਹਨਾਂ ਦਾ ਧੰਨਵਾਦ ਕਰ ਚੁੱਕਾ, ਫਿਰ ਵੀ ਪੁਰਾਣੇ ਬਜ਼ੁਰਗਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਸ਼੍ਰੀ ਗੋਪਾਲ ਮੰਦਿਰ ਦਾ ਉਹ ਇੱਥੋਂ ਤੱਕ ਉਸਾਰ ਕੇ ਉਹਨੂੰ ਖੜਾ ਕੀਤਾ। ਲੇਕਿਨ ਇਹਦੇ ਵਿੱਚ ਜਿਹੜੇ 3 ਸਾਲ ਰਹੇ ਇਹਦੇ 'ਚ ਸ਼ਰਧਾਲੂਆਂ ਦੀ ਗਿਣਤੀ ਵਧਣ ਨਾਲ
ਜਿੱਥੇ ਮੰਦਿਰ ਦਾ ਸਾਲਾਨਾ ਬਜਟ 20 ਲੱਖ ਰੁਪਏ ਸੀ, ਉਹ ਕਰੀਬ ਹੁਣ 60 ਲੱਖ ਹੋ ਚੁੱਕਾ ਹੈ। ਉਹਨਾਂ ਭਗਤਾਂ ਦੇ, ਚਾਹੇ ਕਿਸੇ ਨੇ 1 ਰੁਪਿਆ ਦਿੱਤਾ, ਚਾਹੇ 5 ਰੁਪਏ ਦਿੱਤੇ, ਚਾਹੇ 50 ਰੁਪਏ, ਚਾਹੇ 100 ਰੁਪਏ, ਚਾਹੇ ਹਜ਼ਾਰਾਂ ਦਿੱਤੇ, ਉਹਨਾਂ ਦੇ ਸਹਿਯੋਗ ਨਾਲ ਅੱਜ ਮੰਦਿਰ ਦਾ ਨਵੀਨੀਕਰਨ ਕੀਤਾ ਜਾ ਰਿਹਾ, ਜੋ ਕਿ ਸੰਗਤਾਂ ਦੇ, ਭਗਤਾਂ ਦੇ ਔਰ ਇਲਾਕਾ ਨਿਵਾਸੀਆਂ ਦੇ ਸਾਹਮਣੇ ਹੈ। ਉਹ ਸਾਖਸ਼ਾਤ ਆ ਕੇ ਮੰਦਿਰ ਦੇ ਵਿੱਚ ਦਰਸ਼ਨ ਕਰਨ। ਜਿਹੜੇ ਲੋਕ ਮੰਦਿਰ 'ਚ ਆਉਂਦੇ ਆ ਉਹਨਾਂ ਦਾ ਵੀ ਧੰਨਵਾਦ, ਜਿਹੜੇ ਹੁਣ ਤੱਕ ਨਹੀਂ ਆਏ ਮੈਂ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਕਿ ਉਹ ਮੰਦਿਰ 'ਚ ਚਰਨ ਪਾਉਣ ਤੇ ਮੰਦਿਰ 'ਚ ਕੀਤੀ ਹੋਈ ਜਿਹੜਾ ਨਵੀਨੀਕਰਨ ਹੈ ਉਹਨੂੰ ਦੇਖਣ ਕਿ 3 ਸਾਲਾਂ ਦੇ ਵਿੱਚ ਮੰਦਿਰ 'ਚ ਕੀ ਬਦਲਾਅ ਆਇਆ। ਮੰਦਿਰ ਦੇ ਕੁਝ ਮੈਂਬਰਾਂ ਵੱਲੋਂ ਇਲਾਕਿਆਂ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਮੌਜੂਦ ਕਮੇਟੀ ਵੱਲੋਂ ਕੋਈ ਧਾਂਦਲੀਆਂ ਕੀਤੀਆਂ ਗਈਆਂ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਦੇਖੋ ਜੀ, ਮੰਦਿਰ ਕਮੇਟੀ 3 ਸਾਲਾਂ ਤੋਂ ਜਿਹੜੇ ਸਾਡੇ ਮੈਂਬਰ ਹੈ, ਸਾਡੇ ਪ੍ਰਧਾਨ ਸਾਹਿਬਾਨ ਨੇ ਆਪਣੇ ਬਾਊ ਕੈਲਾਸ਼ ਕੱਲਨ ਜੀ, ਔਰ ਉਹਨਾਂ ਨਾਲ ਜਿਹੜੀ ਪ੍ਰਬੰਧਕ ਕਮੇਟੀ ਹੈ ਸਾਰੇ ਇੱਕ ਅੱਛੇ ਪਰਿਵਾਰਾਂ ਨਾਲ ਸੰਬੰਧ ਰੱਖਦੇ, ਸਾਰੇ ਹੀ ਗੋਕੁਲ ਐਵਨਿਊ ਦੇ ਆਸ-ਪਾਸ ਮੰਦਿਰ ਦੇ ਰਹਿਣ ਵਾਲੇ ਨੇ, ਇੱਥੋਂ ਦੇ ਹੀ ਵਸਨੀਕ ਨੇ, ਔਰ ਚੰਗੀਆਂ ਪੋਸਟਾਂ ਦੇ ਉੱਤੇ ਅਫਸਰ ਰਹੇ ਨੇ। ਕੁਝ ਅਫਸਰ ਹੁਣ ਵੀ ਮੌਜੂਦ ਨੇ, ਕੁਝ ਰਿਟਾਇਰਮੈਂਟ ਤੋਂ ਬਾਅਦ ਵੀ ਸਾਡੇ ਪ੍ਰਬੰਧਕ ਕਮੇਟੀ ਦੇ ਵਿੱਚ ਹੈਗੇ ਨੇ। ਇਹ ਸਾਰੀ ਪ੍ਰਬੰਧਕ ਕਮੇਟੀ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਪੂਰੀ ਇਮਾਨਦਾਰੀ ਨਾਲ, ਕਿਉਂਕਿ ਪ੍ਰਭੂ ਦੇ ਘਰ ਦੇ ਵਿੱਚ ਸਾਡਾ ਫਰਜ਼ ਹੈ, ਜਿਸ ਪ੍ਰਭੂ ਨੇ ਸਾਨੂੰ ਸਭ ਕੁਝ ਦਿੱਤਾ ਅਸੀਂ ਉਸ ਪ੍ਰਭੂ ਦੇ ਚਰਨਾਂ 'ਚ ਕੁਝ ਦਈਏ। ਜੇ ਉਸ ਪ੍ਰਭੂ ਦੇ ਮੰਦਿਰ ਦੇ ਵਿੱਚੋਂ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ, ਜੇ ਕੋਈ ਸੋਚਦਾ ਵੀ ਹੈ ਕਿ ਮੈਂ ਇਹਦੇ ਵਿੱਚੋਂ ਕੋਈ 2 ਰੁਪਏ ਆਪਣੀ ਜੇਬ 'ਚ ਪਾ ਲਾਂ ਤਾਂ ਸਭ ਤੋਂ ਵੱਡਾ ਪਾਪ ਹੈ, ਸਭ ਤੋਂ ਵੱਡਾ ਗੁਨਾਹ ਹੈ। ਇਹ ਲੋਕਾਂ ਨੇ ਜਿਹੜਾ ਦੁਸ਼ਪ੍ਰਚਾਰ ਕੀਤਾ ਹੈ, ਇਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਜਿਹੜੇ ਮੈਂਬਰ ਸਾਡੇ ਜਿਨ੍ਹਾਂ ਨੇ ਦੁਸ਼ਪ੍ਰਚਾਰ ਕੀਤਾ ਹੈ, ਉਹ ਦੁਸ਼ਪ੍ਰਚਾਰ ਸਾਡੇ ਮੰਦਿਰ ਪ੍ਰਤੀ ਕਰਨ ਵਾਲੇ ਹੀ ਇਸ ਸਾਰੇ ਬਿਲਡਿੰਗ ਦੀ ਖਰੀਦੋ ਫਰੋਖਤ, ਇਹ ਜਿਹੜੀ ਸਾਡੀ ਪ੍ਰਚਾਰ ਕਰਨ ਵਾਲੇ ਬੰਦੇ 7 ਮੈਂਬਰੀ ਕਮੇਟੀ ਹੈ, ਇਹਨਾਂ ਨੇ ਜਿਹੜਾ ਪ੍ਰਚਾਰ ਕੀਤਾ, ਇਹਦੇ ਵਿੱਚ ਸਾਡੇ 7 ਮੈਂਬਰੀ ਕਮੇਟੀ ਨੇ ਸਾਰੀ ਦੇਖ ਰੇਖ 'ਚ ਖਰੀਦੋ ਫਰੋਖਤ ਹੋਈ। ਇਹਦੇ ਵਿੱਚ ਜਿਹੜੀਆਂ ਦੀ ਸਾਰਾ ਭੁਗਤਾਨ ਸਾਡੇ ਅਕਾਊਂਟੈਂਟ, ਸਾਡੇ ਕੈਸ਼ੀਅਰ ਸਾਹਿਬ ਸ਼੍ਰੀ ਸਤਪਾਲ ਸ਼ਰਮਾ ਜੀ, ਉਹਨਾਂ ਨੇ ਕੀਤਾ, ਔਰ ਇਹਦਾ ਲੇਖਾ ਜੋਖਾ ਸ਼੍ਰੀ ਰਜਿੰਦਰ ਠਾਕੁਰ ਜੀ ਨੇ ਰੱਖਿਆ, ਔਰ ਸਾਡੇ ਬੀਬੀ ਦੂਆ ਜੀ ਜਿਹੜੇ ਅਕਾਊਂਟ ਅਫਸਰ ਐਡਿਟ ਉਹਨਾਂ ਨੇ ਕੀਤਾ। ਉਹ 17/10/21 ਨੂੰ ਜਨਰਲ ਹਾਊਸ ਦੀ ਮੀਟਿੰਗ ਦੇ ਵਿੱਚ ਪਾਸ ਕਰਕੇ ਉਹ ਸਾਰੇ ਰਿਕਾਰਡ ਪੇਸ਼ ਕਰ ਦਿੱਤੇ ਗਏ। ਇਹੋ ਹੀ ਮੈਂਬਰ ਉਸ 7 ਮੈਂਬਰੀ ਕਮੇਟੀ ਦੇ ਵਿੱਚ ਰਹੇ ਨੇ, ਔਰ ਇਹਨਾਂ ਦੀ ਦੇਖ ਰੇਖ 'ਚ ਸਭ ਕੁਝ ਹੋਇਆ। ਤੇ ਫਿਰ ਧਾਂਦਲੀਆਂ ਦਾ ਪ੍ਰਚਾਰ ਵੀ ਔਰ ਧਾਂਦਲੀਆਂ ਦਾ ਰੋਲਾ ਵੀ ਪਾਉਣ ਵਾਲੇ ਇਹ 7 ਮੈਂਬਰ ਹੈ। ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਵੀ ਕਰਨ ਵਾਲੇ ਵੀ ਇਹ ਤੇ ਸਾਡੇ ਤੇ ਉਲਟਾ ਚਿੱਕੜ ਸੁੱਟਣ ਵਾਲੇ ਵੀ ਇਹ। ਇਸ ਕਰਕੇ ਲੋਕਾਂ ਨੂੰ ਸਮਝਣਾ ਚਾਹੀਦਾ ਇਹਨਾਂ ਦੀਆਂ ਚਾਲਾਂ ਕੀ ਨੇ, ਤੇ ਇਹ ਇਸ ਕਰਕੇ ਇਹ ਜਿਹੜੇ 7 ਮੈਂਬਰ ਹੈ ਇਸ ਕਮੇਟੀ ਦੇ ਰਹੇ ਨੇ, ਇਹਨਾਂ ਨੇ ਸਾਰਾ ਕੰਮ ਕੀਤਾ ਤੇ ਦੁਸ਼ਪ੍ਰਚਾਰ ਵੀ ਇਹ ਲੋਕ ਕਰ ਰਹੇ ਨੇ, ਜੋ ਕਿ ਨਿਰਾਧਾਰ ਹੈ। ਮੰਦਿਰ ਦੀ ਪ੍ਰਬੰਧਕ ਕਮੇਟੀ ਨੇ ਸਾਰੇ ਕੰਮ ਇਮਾਨਦਾਰੀ ਔਰ ਪੂਰੀ ਆਪਣੀ ਤਨਦੇਹੀ ਦੇ ਨਾਲ ਕੀਤੇ। ਇਹ ਸੁਣਨ 'ਚ ਵੀ ਆਇਆ ਕਿ 4 ਮੈਂਬਰਾਂ ਵੱਲੋਂ ਤੁਹਾਡੀ ਕਮੇਟੀ ਵਿੱਚੋਂ ਅਸਤੀਫੇ ਦਿੱਤੇ ਗਏ ਹਨ, ਇਸ ਦਾ ਕੀ ਕਾਰਨ ਹੈ ਜਿਹੜੇ ਅਸਤੀਫੇ ਦਿੱਤੇ? ਦੇਖੋ ਜੀ, ਜਿਹੜੇ ਸਾਡੇ 4 ਮੈਂਬਰਾਂ ਨੇ ਅਸਤੀਫੇ ਦਿੱਤੇ ਆ, ਉਹ ਬੜੀ ਉੱਚ ਕੋਟੀ ਸੀਟਾਂ ਦੇ ਉੱਤੇ ਸਾਡੇ ਨਾਲ ਮੌਜੂਦ ਰਹੇ ਆ। 3 ਸਾਲ ਦੇ ਅੰਦਰ 36 ਮਹੀਨਿਆਂ ਦੀ ਜਿਹੜੀ ਟਰਮ ਹੈ, ਉਹਦੇ ਵਿੱਚ 35 ਮਹੀਨੇ ਇਹ ਸਾਰੇ ਮੈਂਬਰ ਸਾਡੇ ਨਾਲ ਰਹੇ ਆ। ਜਿਹੜਾ 36ਵਾਂ ਮਹੀਨਾ ਇੱਕ ਲਾਸਟ ਇਹਨਾਂ ਨੇ ਉਦੋਂ ਆਪਣੇ ਅਸਤੀਫੇ ਪੇਸ਼ ਕੀਤੇ ਆ। ਉਹ ਅਸਤੀਫਿਆਂ ਵਿੱਚ ਇਹਨਾਂ ਨੇ ਆਪਣੀਆਂ ਮਜਬੂਰੀਆਂ ਦੱਸੀਆਂ ਵੀ ਕੋਈ ਕਹਿੰਦਾ ਮੇਰੀ ਸਿਹਤ ਨਹੀਂ ਠੀਕ, ਕੋਈ ਕਹਿੰਦੇ ਮੇਰੇ ਅੱਖ 'ਚ ਕੋਈ ਹੈ, ਕੁਝ ਵੀ ਆਪਣੇ ਇਹਨਾਂ ਨੇ ਆਪਣੇ ਘਰੇਲੂ ਵੀ ਕਈਆਂ ਨੇ ਆਪਣਾ ਕਾਰਨ ਦੱਸਿਆ ਵੀ ਅਸੀਂ ਕੰਮ ਕਰਨ ਦੇ ਮਤਲਬ ਅਸਮਰਥ ਹਾਂ, ਤੇ ਇਹਨਾਂ ਨੇ ਆਪਣੇ ਅਸਤੀਫੇ ਪੇਸ਼ ਕੀਤੇ। ਕਮੇਟੀ ਵੱਲੋਂ ਇਹਨਾਂ ਦੇ ਅਸਤੀਫੇ ਨਾ ਮਨਜ਼ੂਰ ਕਰਦਿਆਂ 3 ਵਾਰੀ ਇਹਨਾਂ ਨੂੰ ਚਿੱਠੀਆਂ ਲਿਖੀਆਂ ਗਈਆਂ ਕਿ ਜਦ ਤੱਕ 31 ਮਾਰਚ ਨੂੰ ਸਿਰਫ ਮੰਦਿਰ ਗੋਪਾਲ ਮੰਦਿਰ ਦਾ ਹਿਸਾਬ ਕਿਤਾਬ ਹੈ ਉਹਨੂੰ ਪਹਿਲੋਂ ਪੂਰੀ ਤਰ੍ਹਾਂ ਕੰਪਲੀਟ ਕਰ ਲਿਆ ਜਾਵੇ, ਫਿਰ ਇੱਥੋਂ ਜਾਇਆ ਜਾਵੇ। ਲੇਕਿਨ ਇਹ ਉਸ ਦੇ ਵਿੱਚ ਵਾਪਸੀ ਨਹੀਂ ਕਰ ਸਕੇ। ਅਸੀਂ 3 ਵਾਰੀ ਇਹਨਾਂ ਨੂੰ ਬਕਾਇਦਾ ਲਿਖ ਕੇ ਵੀ ਬੇਨਤੀਆਂ ਕੀਤੀਆਂ, ਲੇਕਿਨ ਇਹ ਮੰਦਿਰ 'ਚ ਨਹੀਂ ਆ ਸਕੇ। ਇਹਨਾਂ ਨੇ ਅੱਜ ਇਹ ਸਾਡੇ ਨਾਲ ਵਿਰੋਧੀ ਧਿਰ ਦੇ ਵਿੱਚ ਖਲੋ ਕੇ, ਤੇ ਅੱਜ ਮੈਂ ਸਮਝਦਾ ਵੀ ਜਿੱਥੇ ਸਾਨੂੰ ਸਿਹਤ ਦਾ ਹਵਾਲਾ ਦਿੰਦੇ ਸੀ, ਅੱਜ ਪ੍ਰਮਾਤਮਾ ਇਹਨਾਂ ਨੂੰ ਹਮੇਸ਼ਾ ਤੰਦਰੁਸਤ ਰੱਖੇ। ਅਸੀਂ ਇਸ ਗੱਲ ਦੀ ਵੀ ਕਾਮਨਾ ਕਰਦੇ ਹਾਂ ਪ੍ਰਭੂ ਅੱਗੇ। ਪਰ ਅੱਜ ਵੇਖੀਦਾ ਵੀ ਸਵੇਰੇ 6 ਵਜੇ ਤੋਂ ਲੈ ਕੇ 11 ਵਜੇ ਤੱਕ ਡਟੇ ਨੇ। ਉਦੋਂ ਸਾਨੂੰ ਤਾਂ ਇਹਨਾਂ ਨੇ ਸਿਹਤ ਦਾ ਹਵਾਲਾ ਦਿੱਤਾ, ਲੇਕਿਨ ਅੱਜ ਇਹਨਾਂ ਦੀ ਸਿਹਤ ਠੀਕ ਹੈ, ਅਸੀਂ ਇੰਨਾ ਹੀ ਬੜਾ ਇਹਨਾਂ ਦਾ ਸ਼ੁਕਰਗੁਜ਼ਾਰ ਕਰਦੇ ਹਾਂ। ਜੀ, ਮੰਦਿਰ ਕਮੇਟੀ ਵੱਲੋਂ ਮਹੀਨਾਵਾਰ ਫੀਸ 50 ਤੋਂ ਵਧਾ ਕੇ 300 ਰੁਪਏ ਕੀਤੀ ਗਈ ਹੈ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੀ, ਜਿਹੜੀ ਮੰਦਿਰ ਕਮੇਟੀ ਹੈ ਐਕਚੁਅਲੀ ਕੰਮ ਤੇ ਇਹ ਹੈ ਵੀ ਜੇ ਮੰਦਿਰ ਦਾ ਨਵੀਨੀਕਰਨ ਕਰਨਾ ਹੈ, ਜੇ ਡਿਵੈਲਪਮੈਂਟ ਕਰਨੀ ਹੈ, ਜੇ ਆਪਾਂ ਉਹਦੇ 'ਚ ਸੁਧਾਰ ਕਰਨਾ ਹੈ ਮੰਦਿਰ ਦੇ ਕੰਮਾਂ ਦੇ ਅੰਦਰ, ਉਹਦੇ ਵਿੱਚ ਸਭ ਤੋਂ ਅਹਿਮ ਹੈ ਕਿ ਪੈਸੇ ਦੀ ਲੋੜ ਪੈਂਦੀ ਹੈ। ਹੁਣ ਜਿਹੜੀ 50 ਰੁਪਏ ਫੀਸ ਹੈ, ਉਹ ਪਿਛਲੇ 30 ਸਾਲਾਂ ਤੋਂ 50 ਰੁਪਏ ਹੀ ਚੱਲਦੀ ਆ ਰਹੀ ਸੀ। ਮੈਂ ਸਮਝਦਾ ਕਿ 50 ਰੁਪਏ ਮਹੀਨਾ ਜਿਹੜਾ ਉਸ ਟਾਈਮ ਦੇ ਵਿੱਚ ਠੀਕ ਹੋਏਗਾ ਜਦੋਂ ਦਾ ਪਾਸ ਕੀਤਾ, ਲੇਕਿਨ ਅੱਜ ਦੇ ਜ਼ਮਾਨੇ 'ਚ ਮਹਿੰਗਾਈ ਦੇ ਮੁਤਾਬਕ ਜੋ ਚੀਜ਼ਾਂ ਦੇ ਰੇਟ ਹੋ ਗਏ ਆ, ਜੇ ਮੰਦਿਰ ਦੀ ਡਿਵੈਲਪਮੈਂਟ ਕਰਨੀ ਹੈ ਤਾਂ ਉਹਦੇ ਵਿੱਚ ਪੈਸੇ ਦੀ ਵਰਤੋਂ ਹੋਏਗੀ, ਪੈਸਾ ਸਾਨੂੰ ਜ਼ਿਆਦਾ ਚਾਹੀਦਾ ਹੋਏਗਾ। ਇਹਦੇ ਵਿੱਚ ਅਸੀਂ
ਜਿਹੜੀ ਇਹ ਇੱਕ ਕਮੇਟੀ ਬਣਾਈ ਸੀ, ਜਿਹਦੇ ਵਿੱਚ ਇਸ ਕਮੇਟੀ ਦੇ ਚੇਅਰਮੈਨ ਸ਼੍ਰੀ ਬੀਬੀ ਦੂਆ ਜੀ ਸਨ। ਉਹਨਾਂ ਦੀ ਦੇਖ ਰੇਖ 'ਚ ਜਿਹੜੀ ਕਮੇਟੀ ਬਣਾਈ ਗਈ, ਉਹਨਾਂ ਨੇ ਇਸ ਐਡਵਾਈਸ ਕੀਤੀ ਸੀ ਕਮੇਟੀ ਨੂੰ ਵੀ ਇਹਦੇ ਵਿੱਚ 200 ਰੁਪਈਆ ਪਰ ਮੈਂਬਰ ਮਹੀਨਾ ਕਰ ਦਿੱਤਾ ਜਾਵੇ। ਲੇਕਿਨ ਇਸ ਗੱਲ ਦਾ ਪਾਸ ਹੋਣਾ ਉਹ ਜਨਰਲ ਹਾਊਸ ਨੇ ਕਰਨਾ ਹੁੰਦਾ ਹੈ। ਜਨਰਲ ਹਾਊਸ ਦੀ ਮੀਟਿੰਗ ਸੱਦੀ ਗਈ, ਉਹਦੇ ਵਿੱਚ ਜਿਹੜੀ ਕਮੇਟੀ ਵੱਲੋਂ ਐਡਵਾਈਸ ਕੀਤੀ ਗਈ ਵੀ 200 ਰੁਪਈਆ ਵਰਕਿੰਗ ਕਮੇਟੀ ਨੇ ਆਪਣੀ ਨੇ ਐਕਟਿੰਗ ਕਮੇਟੀ ਨੇ ਪਾਸ ਕੀਤਾ। ਲੇਕਿਨ ਜਨਰਲ ਹਾਊਸ ਇੱਕ ਸਰਵਉੱਚ ਹੈ, ਕਿਉਂਕਿ ਜਨਰਲ ਹਾਊਸ ਜਿਹੜਾ ਉਹਦੇ ਕੀਤੇ ਫੈਸਲੇ ਹੀ ਮਾਨਿਆ। ਜਨਰਲ ਹਾਊਸ ਨੇ ਇਹਦੇ ਵਿੱਚ 300 ਰੁਪਈਆ ਪਾਸ ਕੀਤਾ ਔਰ ਉਹਦੇ ਵਿੱਚ 300 ਰੁਪਈਆ ਹੀ ਹੋਇਆ। ਅਸੀਂ ਕਮੇਟੀ ਵੱਲੋਂ ਪ੍ਰਧਾਨ ਸ਼੍ਰੀ ਕੈਲਾਸ਼ ਕੱਲਨ ਜੀ ਔਰ ਬਾਕੀ ਕਮੇਟੀ ਕੋਲੇ ਕੋਈ ਅਧਿਕਾਰ ਨਹੀਂ ਹੈ ਕਿ ਇਹਨੂੰ ਵੱਧ ਘੱਟ ਕੀਤਾ ਜਾਵੇ। ਜੇ ਪਾਸ ਹੋਇਆ ਜਨਰਲ ਹਾਊਸ 'ਚ ਤੇ ਇਹਦੇ 'ਚ ਕੋਈ ਵੀ ਜੇ ਵਾਧਾ ਕੁਝ ਵੀ ਜਾਂ ਘਾਟਾ ਕਰਨਾ ਹੈ, ਕੋਈ ਵੀ ਘਟਾਉਣੇ ਵਧਾਉਣੇ ਆ, ਇਹਨੂੰ ਦੁਬਾਰਾ ਜਨਰਲ ਹਾਊਸ ਕੀਤਾ ਜਾ ਸਕਦਾ। ਮੈਂ ਸਾਰੇ ਸਾਥੀਆਂ ਦੇ ਜਾਣਕਾਰੀ ਹਿੱਤ ਦੱਸਣਾ ਚਾਹੁੰਦਾ ਕਿ ਇਹਦੇ ਬਾਰੇ ਜਿਹੜੀ ਸ਼ਿਕਾਇਤ ਲੋਕਾਂ ਦੀ ਹੈਗੀ ਹੈ, ਦੇਖੋ ਮੰਦਿਰ ਦਾ ਕੰਮ ਹੈ, ਪੈਸਿਆਂ ਦੀ ਜ਼ਰੂਰਤ ਵੀ ਹੈ, ਲੇਕਿਨ ਜੇ ਲੋਕ ਸਮਝਦੇ ਕਿ 300 ਰੁਪਏ ਮਹੀਨਾ, ਇੱਕ ਬੰਨੇ ਤਾਂ ਮੈਂ ਸਮਝਦਾ ਕਿ 10 ਰੁਪਏ ਰੋਜ਼ ਦਾ ਮੰਦਿਰ ਉਸ ਪ੍ਰਭੂ ਦੇ ਘਰ ਨੂੰ ਦੇਣਾ ਕੋਈ ਵੱਡੀ ਗੱਲ ਨਹੀਂ ਹੈ। ਲੇਕਿਨ ਜੇ ਵੀ ਲੋਕ ਇਹ ਗੱਲ ਨੂੰ ਵੀ ਮੰਨਦੇ ਆ ਵੀ 300 ਰੁਪਏ ਮਹੀਨਾ ਜ਼ਿਆਦਾ ਹੈ, ਤੇ ਇਸ ਗੱਲ ਨੂੰ ਅਸੀਂ ਵਚਨਬੱਧ ਹਾਂ ਵੀ ਅਸੀਂ ਜਨਰਲ ਹਾਊਸ 'ਚ ਰੱਖਾਂਗੇ। ਜੇ ਜਨਰਲ ਹਾਊਸ ਇਸ ਨੂੰ ਕਿਤੇ ਵੀ ਭਾਵੇਂ 100 ਰੁਪਇਆ ਕਰ ਦੇਣ, 50 ਰੁਪਏ ਕਰ ਦੇਣ, 150 ਕਰ ਦੇਣ, 200 ਕਰ ਦੇਣ, ਇਹ ਜਨਰਲ ਹਾਊਸ ਦੇ ਵਾਸਤੇ ਆ। ਇਹ ਜੋ ਵੀ ਪਾਸ ਕਰਨਗੇ ਅਸੀਂ ਉਹਨਾਂ ਗੱਲਾਂ ਦੇ ਨਾਲ ਵੀ ਸਹਿਮਤ ਹਾਂ, ਤੇ ਜੋ ਪਾਸ ਹੋਏਗਾ ਅਸੀਂ ਉਹਨਾਂ ਤੇ ਗੱਲਾਂ ਤੇ ਚੱਲਾਂਗੇ। ਕਮੇਟੀ ਕੋਲ ਇਸ ਪਾਵਰ ਨਹੀਂ ਹੈ ਵੀ ਅਸੀਂ ਜਨਰਲ ਹਾਊਸ ਦੇ ਕੀਤੇ ਹੋਏ ਇਸ ਫੈਸਲੇ ਨੂੰ ਕੁਝ ਘੱਟ ਵੱਧ ਕਰ ਸਕੀਏ। ਰਕੇਸ਼ ਜੀ, ਇਹਨਾਂ ਕੁਝ ਮੈਂਬਰਾਂ ਵੱਲੋਂ ਮੰਦਿਰ ਦੀ ਮਿਠਾਈ ਵਾਲੀ ਦੁਕਾਨ ਦੇ ਸੰਬੰਧ ਵਿੱਚ 3.5 ਲੱਖ ਦੀ ਪੇਮੈਂਟ ਰੋਕ ਜਾਣ ਦੀ ਚਰਚਾ ਕੀਤੀ ਜਾ ਰਹੀ ਹੈ। ਇਸ ਬਾਰੇ ਵੀ ਤੁਸੀਂ ਕੀ ਕਹਿਣਾ ਚਾਹੁੰਦੇ? ਮੈਂ ਇਸ ਬਾਰੇ ਇਹ ਗੱਲ ਕਹਿਣੀ ਚਾਹੁੰਦਾ ਕਿ ਆਪਾਂ ਮੰਦਿਰ ਵੱਲੋਂ ਇੱਕ ਬਾਹਰ ਦੁਕਾਨ ਦਾ ਕੰਮ ਸ਼ੁਰੂ ਕੀਤਾ, ਦੁਕਾਨ ਬਣਾਈ ਤਾਂ ਜੋ ਇੱਕ ਤੇ ਮੰਦਿਰ ਦੇ ਲਾਗੇ ਚਾਗੇ ਸਾਰੇ ਇਲਾਕਾ ਨਿਵਾਸੀਆਂ ਨੂੰ ਵਧੀਆ ਮਿਠਾਈ, ਦੇਸੀ ਘਿਓ ਦੀ ਮਿਠਾਈ ਉਹਨਾਂ ਨੂੰ ਮਿਲ ਸਕੇ ਔਰ ਜਾਇਜ਼ ਰੇਟ। ਜਿਹੜੀ ਗੱਲ ਮੰਦਿਰ ਦੀ ਜ਼ਿੰਮੇਵਾਰੀ ਬਣਦੀ ਹੈ ਉਹਦੇ ਵਿੱਚ ਆਪਾਂ ਫਿਕਸ ਕੀਤੇ ਉਹਨਾਂ ਨਾਲ ਬੈਠ ਕੇ ਵੀ ਇਹਦੇ ਰੇਟ ਵੀ ਬਾਜ਼ਾਰ ਨਾਲੋਂ, ਹੋਰਾਂ ਨਾਲੋਂ, ਜਗ੍ਹਾ ਨਾਲੋਂ ਜਾਇਜ਼ ਹੋਣੇ ਚਾਹੀਦੇ ਆ। ਉਹਦੇ ਵਿੱਚ ਅਸੀਂ ਇਹ ਦੁਕਾਨ ਆਪਣੇ ਇੱਕ ਮੰਦਿਰ ਦਾ ਮੈਂਬਰ ਸੀ ਟੰਡਨ, ਉਹਨੂੰ ਅਸੀਂ ਇੱਕ ਭਲਾਮਾਨਸ ਬੰਦਾ ਸਮਝ ਕੇ ਦਿੱਤੀ ਕਿ ਚਲੋ ਬਾਹਰ ਵੀ ਕਿਸੇ ਨੂੰ ਦੇਵਾਂਗੇ, ਕਿਸੇ ਵੇਲੇ ਕੋਈ ਬੰਦਾ ਗਲਤ ਨਿਕਲ ਆਉਂਦਾ, ਤੇ ਇਸ ਕਰਕੇ ਅਸੀਂ ਉਹਨੂੰ ਦੇਤੀ ਵੀ ਚਲੋ ਇਹ ਦੁਕਾਨ ਇਹ ਚਲਾ ਲਵੇ, ਤੇ ਮੰਦਿਰ ਦਾ ਮੈਂਬਰ ਵੀ ਹੈ ਤੇ ਚਲੋ ਇਸ ਗੱਲ ਦਾ ਧਿਆਨ ਰੱਖੇਗਾ। ਲੇਕਿਨ ਮੈਂ ਸਮਝਦਾ ਕਿ ਉਹ ਸਭ ਤੋਂ ਮਾੜਾ ਬੰਦਾ ਨਿਕਲਿਆ। ਉਹਨੇ ਮੰਦਿਰ ਨਾਲ ਕੀਤੀਆਂ ਹੋਈਆਂ ਗੱਲਾਂ ਦੇ ਨਾ ਉਹ ਪੂਰਾ ਉਤਰਿਆ, ਨਾ ਮੰਦਿਰ ਨੂੰ ਉਹਨੇ ਕੋਈ ਕਿਰਾਇਆ ਦਿੱਤਾ, ਉਲਟਾ ਮੰਦਿਰ ਦੀ ਜਗ੍ਹਾ ਦੀ ਦੁਕਾਨ ਦੇ ਉੱਤੇ ਨਜਾਇਜ਼ ਹਥਿਆਉਣ ਬਾਰੇ, ਕਬਜ਼ਾ ਕਰਨ ਬਾਰੇ ਦੀਆਂ ਪਾਲਿਸੀਆਂ ਬਣਾਉਣ ਲੱਗ ਗਿਆ। ਉਹਦੇ ਵਿੱਚ ਸਾਰੇ ਮੰਦਿਰ ਕਮੇਟੀ ਨੇ ਔਰ ਪਲੱਸ ਸਾਰੇ ਮੈਂਬਰਾਂ ਨੇ, ਸਾਰਿਆਂ ਨੇ ਸਹਿਯੋਗ ਕਰਕੇ ਉਹਨੂੰ ਦੁਕਾਨ ਤੋਂ ਹੀ ਬਾਹਰ ਕੀਤਾ। ਜਿਹੜੀ ਗੱਲ ਤੁਹਾਡੀ ਆਈ ਵੀ 7 ਲੱਖ ਰੁਪਇਆ ਕੀਤਾ ਤੇ ਉਹਨੂੰ 3.5 ਲੱਖ, ਉਹਦੇ 'ਚ ਇਹ ਗੱਲ ਪਾਸ ਕੀਤੀ ਗਈ ਸੀ, ਆਪਾਂ ਇੱਕ ਫੈਸਲਾ ਹੋਇਆ ਸੀ ਵੀ ਇਹਨੂੰ 7 ਲੱਖ ਰੁਪਏ ਦੀ ਪੇਮੈਂਟ ਦਿੱਤੀ ਜਾਵੇ ਤੇ ਆਪਣਾ ਮੰਦਿਰ ਦੀ ਦੁਕਾਨ ਛੱਡ ਦੇਗਾ। ਲੇਕਿਨ ਉਹਦੇ ਵਿੱਚ ਜਿਹੜੇ ਐਸਿਡ ਹੈ 7 ਲੱਖ ਦੇ, ਕੱਲ ਨੂੰ ਮੰਦਿਰ ਦਾ ਕੋਈ ਵੀ ਮੈਂਬਰ ਸਾਨੂੰ ਪੁੱਛ ਸਕਦਾ ਵੀ ਇਹ ਜਿਹੜਾ 7 ਲੱਖ ਰੁਪਇਆ ਤੁਸੀਂ ਕਿੱਥੇ ਵਰਤਿਆ। ਜਿੰਨਾ ਤੱਕ ਸਾਡੇ ਕੋਲ ਉਹਦੇ ਬਿੱਲ ਨਹੀਂ ਮੌਜੂਦ ਹੋਣਗੇ ਅਸੀਂ ਲੋਕਾਂ ਨੂੰ ਜਵਾਬ ਦੇ ਆ, ਲੋਕਾਂ ਨੂੰ ਕੱਲ ਨੂੰ ਹੀ ਦਿਖਾਵਾਂਗੇ। ਅਸੀਂ 3.5 ਲੱਖ ਦੀ ਪੇਮੈਂਟ ਉਹਦੀ ਕਰ ਦਿੱਤੀ ਹੈ। 3.5 ਲੱਖ ਦੀ ਪੇਮੈਂਟ ਅੱਜ ਵੀ ਪੈਂਡਿੰਗ ਹੈ। ਉਹ ਸਾਨੂੰ 7 ਲੱਖ ਦੇ ਐਸਿਡ ਬਾਰੇ ਜਿਨ੍ਹਾਂ ਦਾ ਫੈਸਲਾ ਹੋਇਆ ਸੀ ਉਹਦੇ ਬਿੱਲ ਪੇਸ਼ ਕਰ ਦੇਵੇ, ਅਸੀਂ 10 ਮਿੰਟ ਦੇ ਵਿੱਚ ਉਹਨੂੰ 3.5 ਲੱਖ ਦੀ ਬਾਕੀ ਰਹਿੰਦੀ ਪੇਮੈਂਟ ਦੇ ਦਿਆਂਗੇ। ਜਿੰਨਾ ਤੱਕ ਉਹ ਸਾਨੂੰ ਬਿੱਲ ਨਹੀਂ ਦਿੰਦਾ, ਕੱਲ ਨੂੰ ਜਵਾਬ ਸਾਡੀ ਕਮੇਟੀ ਤੋਂ ਮੰਗੇ ਜਾਣੇ ਆ। ਉਹ ਕਮੇਟੀ ਜ਼ਿੰਮੇਵਾਰ ਹੈ। ਜੇ ਹੀ ਲੋਕਾਂ ਇਹ ਸਾਡੇ ਕੋਲ ਕੋਈ ਵੀ ਮੈਂਬਰ ਉੱਠ ਕੇ ਇਹ ਕੁਐਸਚਨ ਕਰਦਾ ਵੀ ਤੁਸੀਂ 7 ਲੱਖ ਰੁਪਇਆ ਕਿੱਥੇ ਦਿੱਤਾ, ਕਿੰਨਾ ਕਾਰਨਾਂ ਕਰਕੇ, ਉਹਦੇ ਕੋਈ ਪ੍ਰੂਫ ਕੀ ਨੇ, ਤੇ ਸਾਨੂੰ ਉਹਦੇ ਬਿੱਲ ਚਾਹੀਦੇ ਆ। ਉਹ ਬੰਦੇ ਵੱਲੋਂ ਸਾਨੂੰ ਬਿੱਲ ਨਹੀਂ ਪ੍ਰੋਵਾਈਡ ਕੀਤੇ ਗਏ, ਇਸ ਕਰਕੇ ਉਹਦੀ 3.5 ਲੱਖ ਰੁਪਇਆ ਬਾਕੀ ਰੋਕਿਆ ਗਿਆ। ਜੇ ਉਹ ਅੱਜ ਸਾਨੂੰ ਬਿੱਲ ਦੇ ਦਿੰਦਾ ਅਸੀਂ 10 ਮਿੰਟਾਂ 'ਚ ਉਹਦੀ ਪੇਮੈਂਟ ਕਰ ਦਿਆਂਗੇ। ਇਸ ਗੱਲ ਦਾ ਐਵੇਂ ਕੂ ਪ੍ਰਚਾਰ, ਔਰ ਉਹੋ ਹੀ ਮੈਂਬਰ ਜਿਹੜਾ ਮੰਦਿਰ ਦੀ ਦੁਕਾਨ ਨੂੰ ਹਥਿਆਣਾ ਚਾਹੁੰਦਾ ਸੀ, ਅੱਜ ਸਾਡੇ ਵਿਰੋਧੀ ਧਿਰ ਉਹਨੂੰ ਬੜੇ ਨਾਲ ਅੱਗੇ ਲੈ ਕੇ ਉਹਦਾ ਪ੍ਰਚਾਰ ਕਰਾ ਰਹੇ ਆ ਵੀ ਜਿਹੜਾ ਮੰਦਿਰ ਦੀ ਦੁਕਾਨ ਹਥਿਆਣਾ ਚਾਹੁੰਦਾ ਸੀ ਅੱਜ ਉਹਨਾਂ ਦੇ ਨਾਲ ਖੜੇ ਆ। ਮੈਂ ਸਾਰੇ ਮੈਂਬਰਾਂ ਨੂੰ, ਸਾਰੇ ਆਪਣੇ ਮੈਂਬਰ ਜਿਹੜੇ ਮੰਦਿਰ ਕਮੇਟੀ ਗੋਪਾਲ ਮੰਦਿਰ ਦੇ, ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਹਨਾਂ ਅਨਸਰਾਂ ਨੂੰ ਪਛਾਣੋ। ਕਿਸੇ ਨੂੰ ਸਮਝਾਉਣ ਦੀ ਲੋੜ ਨਹੀਂ। ਅੱਜ ਜ਼ਮਾਨਾ ਬਹੁਤ ਤਰੱਕੀ ਕਰ ਰਿਹਾ, ਹਰ ਬੰਦਾ ਸਿਆਣਾ ਤੇ ਇਸ ਗੱਲ ਨੂੰ ਸਮਝਦੇ ਹੋਏ ਵੀ ਕਿਹੜੇ ਬੰਦੇ ਕਿਹਦੇ ਨਾਲ ਤੁਰੇ ਆ ਤੇ ਕਿਹੋ ਜਿਹੀ ਉਹਨਾਂ ਦੀ ਪਾਲਿਸੀ ਹੈ, ਕੀ ਉਹ ਨੀਤੀ ਰੱਖਦੇ ਆ, ਕੀ ਉਹਨਾਂ ਦੀ ਨੀਅਤ ਹੈ, ਹਰ ਗੱਲ ਤੇ ਧਿਆਨ ਰੱਖਦੇ ਹੋਏ 9 ਅਕਤੂਬਰ ਵਾਲੇ ਦਿਨ ਇੱਕ ਸੱਚੀ ਕਮੇਟੀ, ਸੱਚੇ ਇਨਸਾਨ ਔਰ ਸਹੀ ਕੰਮ ਕਰਨ ਵਾਲੇ ਬੰਦਿਆਂ ਨੂੰ ਚੁਣੋ ਤਾਂ ਜੋ ਮੰਦਿਰ ਅਗਲੀਆਂ ਟਾਈਮ ਤੇ ਆਉਣ ਵਾਲੇ ਸਮੇਂ 'ਚ ਵੀ
ਤਰੱਕੀਆਂ ਦੀ ਰਾਹਾਂ ਤੇ ਰਵੇ। ਮੈਂਬਰ ਵਾਸੀਆਂ ਨੂੰ ਕੀ ਬੇਨਤੀ ਕਰਨਾ ਚਾਹੋਗੇ 9 ਤਰੀਕ ਨੂੰ ਇਲੈਕਸ਼ਨ ਦੇ ਮੰਦਰ ਦੇ ਵਿੱਚ? ਮੈਂ ਆਪਣੇ ਵੱਲੋਂ ਹੱਥ ਜੋੜ ਕੇ ਬਾਊ ਕੈਲਾਸ਼ ਕਲਮ ਜੀ ਦੀ ਸਾਰੀ ਕਮੇਟੀ ਜਿਹੜੀ ਸਾਡੀ ਹੁਣ 3 ਸਾਲ ਤੋਂ ਚੱਲ ਰਹੀ ਹੈ, ਅਸੀਂ ਜਿਹੜੀਆਂ ਇਹ ਸੇਵਾਵਾਂ ਸਾਨੂੰ ਦਿੱਤੀਆਂ, ਅਸੀਂ ਇਹਨਾਂ ਸੇਵਾਵਾਂ ਨੂੰ ਪੂਰੀ ਇਮਾਨਦਾਰੀ ਤਨਦੇਹੀ ਨਾਲ ਔਰ ਪੂਰੀ ਆਪਣੇ ਟਾਈਮ ਨੂੰ ਵੀ ਵੇਖਦੇ ਹੋਏ, ਆਪਣੇ ਕੰਮਾਂ ਕਾਰਾਂ ਨੂੰ ਨਾ ਵੇਖਦੇ ਹੋਏ ਇਸ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ। ਅਸੀਂ ਆਉਣ ਵਾਲੇ ਸਮੇਂ 'ਚ ਵੀ ਸਾਰੇ ਮੈਂਬਰਾਂ ਨੂੰ ਇਹ ਬੇਨਤੀ ਕਰਦੇ ਹਾਂ ਕਿ 9 ਤਰੀਕ ਵਾਲੇ ਦਿਨ ਜਿਹੜੀ ਸਾਡੀ ਕਮੇਟੀ ਆ, ਤੁਸੀਂ ਸਾਡੇ ਕੰਮ 3 ਸਾਲਾਂ 'ਚ ਦੇਖਿਆ, ਉਹ ਤੁਹਾਡੇ ਸਾਹਮਣੇ ਹੈ। ਪਿਛਲੇ ਕਈ ਸਾਲਾਂ ਤੋਂ ਮੰਦਿਰ ਦਾ ਕੰਮ ਜਿਵੇਂ ਰੁਕਿਆ ਪਿਆ ਸੀ, ਜਿਵੇਂ ਆਪਾਂ ਪੁਰਾਣੇ ਹਾਲ ਦੇਖੀਏ ਵੀ ਉਹੋ ਹੀ ਦਰੀਆਂ ਵਿਛੀਆਂ, ਉਹੋ ਹੀ ਉਹਦੇ 'ਚ ਮੱਖੀਆਂ ਮੱਛਰ ਸਮੈਲ ਇੰਨੀ, ਤੇ ਅੱਜ ਉਹ ਮੰਦਿਰ ਦਾ ਆਧੁਨਿਕਰਨ ਕੀਤਾ ਗਿਆ, ਵਧੀਆ ਵਧੀਆ ਪੱਥਰ ਲਗਾਏ ਗਏ, ਵਧੀਆ ਵਧੀਆ ਸਿਸਟਮ ਬਣਾਇਆ ਗਿਆ, ਸਭ ਪ੍ਰਭੂ ਦਾ। ਇਹ ਸਾਰੇ ਸਾਥੀਆਂ ਦੇ, ਸਾਰੇ ਮੈਂਬਰਾਂ ਦੇ ਕੱਲੇ ਕੱਲੇ ਜਨਤਕ ਦੇ ਸਹਿਯੋਗ ਨਾਲ ਹੋਇਆ। ਇਹ ਮੈਂਬਰਾਂ ਨੇ ਤੇ ਆਪਣੇ ਵੱਲੋਂ ਕੋਸ਼ਿਸ਼ ਕੀਤੀ, ਲੇਕਿਨ ਸੇਵਾ ਔਰ ਦਾਨ ਪਾਤਰੀ ਜਿਹੜੇ ਸਾਡੇ ਸ਼ਰਧਾਲੂ ਨੇ, ਚਾਹੇ ਕਿਸੇ ਨੇ 1 ਰੁਪਿਆ ਵੀ ਦਿੱਤਾ ਉਹਦਾ ਵੀ ਧੰਨਵਾਦ ਹੈ, ਜੇ ਕਿਸੇ ਨੇ 50,000 ਵੀ ਦਿੱਤਾ ਅਸੀਂ ਉਹਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ। 9 ਅਕਤੂਬਰ ਵਾਲੇ ਦਿਨ ਆਪਣੀ ਸੋਚ ਨਾਲ, ਸਮਝ ਨਾਲ, ਸਹੀ ਤਰੀਕੇ ਨਾਲ ਕਮੇਟੀ ਚੁਣੋ, ਤਾਂ ਜੋ ਆਉਣ ਵਾਲੇ ਸਮੇਂ 'ਚ ਸਾਡੇ ਕੋਲ ਅਜੇ ਵੀ ਬਹੁਤ ਅਸੀਂ ਸੋਚ ਕੇ ਬੈਠੇ ਹਾਂ ਵੀ ਅਸੀਂ ਇਸ ਮੰਦਰ ਨੂੰ ਕਿਹੜੀਆਂ ਤਰੱਕੀਆਂ ਦੀਆਂ ਰਾਹਾਂ ਤੇ ਖੜਨਾ। ਆਉਣ ਵਾਲੇ ਸਮੇਂ 'ਚ ਗਰੀਬ ਵਰਗ ਵਾਸਤੇ ਜਾਂ ਹੋਰ ਕੰਮਾਂ ਵਾਸਤੇ, ਕਿਉਂਕਿ ਅੱਗੇ ਵੀ ਜਿਹੜੇ ਮੰਦਰ ਦੇ ਵਿੱਚ ਲੰਗਰ ਵੀ ਲਗਾਏ ਜਾਂਦੇ ਆ, ਹੋਰ ਵੀ ਕਈ ਕੰਮ ਅਸੀਂ ਵਧਾਉਣਾ ਚਾਹੁੰਦੇ ਹਾਂ। ਤੇ ਇਹਦੇ ਵਿੱਚ ਸਾਰੇ ਸਾਥੀਆਂ ਨੂੰ ਮੈਂ 9 ਅਕਤੂਬਰ ਵਾਲੇ ਦਿਨ ਆਪਣੀ ਸੋਚ ਸਮਝ ਦੇ ਨਾਲ ਚੰਗੀ ਕਮੇਟੀ ਚੁਣ ਕੇ ਸਾਨੂੰ ਜੇ ਸੇਵਾ ਤੁਸੀਂ ਦਿੰਦੇ ਹੋ ਤੇ ਅਸੀਂ ਤੁਹਾਡੇ ਬਹੁਤ ਧੰਨਵਾਦੀ। ਇਸ ਤੋਂ ਵਧੀਆ ਕੰਮ ਮੰਦਰ ਦੇ ਅਸੀਂ ਕਰਕੇ ਦਿਖਾਵਾਂਗੇ। ਇਹਨਾਂ ਗੱਲਾਂ ਦਾ ਨਾਲ ਮੈਂ ਸਾਰਿਆਂ ਦਾ ਧੰਨਵਾਦ। ਅੱਜ ਅਸੀਂ ਗੋਪਾਲ ਮੰਦਰ ਦੇ ਫੰਕਸ਼ਨ ਸੈਕਟਰੀ ਗੌਰਵ ਸ਼ਰਮਾ ਜੀ ਦੇ ਰੂਬਰੂ ਹੋਣ ਜਾ ਰਹੇ ਹਾਂ। ਗੌਰਵ ਜੀ, ਕਈ ਮੈਂਬਰ ਕਮੇਟੀਆਂ ਵੱਲੋਂ ਰੋਕ ਲਗਾਏ ਜਾ ਰਹੇ ਕਿ ਵਿਕਾਸ ਕਾਰਜਾਂ ਦੇ ਦੌਰਾਨ ਬੜੀ ਧਾਂਦਲੀ ਹੋਈ ਹੈ, ਇਹਨਾਂ ਨੂੰ ਤੁਸੀਂ ਕਿਸ ਨਜ਼ਰ ਨਾਲ ਦੇਖਦੇ ਹੋ? ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹਾਂਗਾ ਕਿ ਇਹੋ ਜਿਹਾ ਕੁਝ ਵੀ ਨਹੀਂ ਹੋਇਆ। ਇਹ ਸਾਨੂੰ ਖੁਦ ਨਹੀਂ ਸਮਝ ਆ ਰਹੀ ਕਿ ਸਾਡੇ ਇੰਨੇ ਸੀਨੀਅਰ ਸਤਿਕਾਰਯੋਗ ਮੈਂਬਰ ਨੇ, ਉਹਨਾਂ ਨੂੰ ਅਚਾਨਕ ਕੀ ਹੋ ਗਿਆ। ਇੰਨੇ ਸਾਲਾਂ ਤੋਂ ਜੁੜੇ ਹੋਏ ਸੀ, ਔਰ ਪਿਛਲੇ ਇਹ ਜਿਹੜੀ ਨਵੀਂ ਕਮੇਟੀ ਹੈ ਜਿਸਨੇ ਸਾਰੇ ਵਿਕਾਸ ਦੇ ਕਾਰਜ ਕੀਤੇ, ਇਹਨਾਂ ਨੂੰ ਆਇਆ ਨੂੰ 3 ਸਾਲ ਹੋਏ ਨੇ, ਔਰ ਜਿੰਨੇ ਵੀ ਬੰਦੇ ਸਾਡੇ ਵਿੱਚੋਂ ਅਸਤੀਫਾ ਦੇ ਕੇ ਜੋ ਅੱਜ ਇਲਜ਼ਾਮ ਲਗਾ ਰਹੇ ਨੇ, ਉਹ 2 ਸਾਲ 11 ਮਹੀਨੇ ਤੱਕ ਸਾਡੇ ਨਾਲ ਚੱਲੇ ਨੇ। ਅਚਾਨਕ ਪਤਾ ਨਹੀਂ ਉਹਨਾਂ ਨੂੰ ਕੀ ਹੋਇਆ, ਉਹ ਸਾਡੇ ਤੋਂ ਅਲੱਗ ਹੋ ਕੇ ਇਹੋ ਜਿਹਾ ਭਰਮਾਮਕ, ਮੈਂ ਤਾਂ ਕਹਾਂਗਾ ਕਿ ਪ੍ਰਚਾਰ ਕਰ ਰਹੇ ਨੇ, ਜਦਕਿ ਇਹੋ ਜਿਹਾ ਕੁਝ ਨਹੀਂ ਹੋਇਆ। ਸਰ, ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਤੁਹਾਡੇ ਵੱਲੋਂ ਖਾਤੇ ਨਹੀਂ ਮਿਲਾਏ ਗਏ, ਇਸ ਕਰਕੇ ਆਪਾਂ ਅਸਤੀਫਾ ਦਿੱਤਾ। ਸਰ, ਖਾਤੇ ਨਹੀਂ ਬੁਲਾਏ ਗਏ, ਅਸੀਂ ਤੇ ਇਹਨਾਂ ਨੂੰ ਬਾਰ-ਬਾਰ ਕਾਲ ਕੀਤੀ ਹੈ ਕਿ ਤੁਸੀਂ ਆਓ, ਜੋ ਤੁਹਾਨੂੰ ਡਿਊਟੀਆਂ ਦਿੱਤੀਆਂ ਗਈਆਂ ਉਹ ਆਪਣੀਆਂ ਪੂਰੀਆਂ ਕਰੋ, ਖਾਤੇ ਚੈੱਕ ਕਰੋ। ਅਕਾਊਂਟਸ ਜਿਹੜੇ ਸਾਡੇ ਅਕਾਊਂਟੈਂਟ ਨੇ, ਉਹਨਾਂ ਨੂੰ ਬਾਰ-ਬਾਰ ਲੈਟਰ ਪਾਏ ਗਏ ਨੇ ਕਿ ਆ ਕੇ 31 ਮਾਰਚ ਤੱਕ ਦੇ ਜੋ ਤੁਹਾਡੇ ਖਾਤੇ ਨੇ ਉਹਨਾਂ ਨੂੰ ਕਲੀਅਰ ਕਰਨ ਆ ਕੇ। ਅਸੀਂ ਤੇ ਆਪ ਕਾਲ ਕਰ ਕਰਕੇ ਇਹਨਾਂ ਨੂੰ ਬੁਲਾ ਰਹੇ ਹਾਂ ਕਿ ਆਓ, ਦੇਖੋ ਤੇ ਚੈੱਕ ਕਰੋ। ਜਿਹਦਾ ਕੰਮ ਆਡਿਟ ਦਾ ਹੈ ਉਹਨੂੰ ਅਸੀਂ ਆਡਿਟ ਵਾਸਤੇ ਕਹਿ ਰਹੇ ਹਾਂ। ਹਰ ਬੰਦੇ ਨੂੰ ਅਸੀਂ ਬੁਲਾ ਰਹੇ ਹਾਂ ਕਿ ਤੁਸੀਂ ਆਓ, ਦੇਖੋ। ਅਸੀਂ ਅੱਜ ਵੀ ਕਹਿ ਰਹੇ ਹਾਂ, ਜਿਸ ਬੰਦੇ ਨੂੰ ਜਿਸ ਚੀਜ਼ ਦੀ ਮਨਸ਼ਾ ਹੈਗੀ ਹੈ, ਆਓ ਅੱਜ ਵੀ ਖੋਲ ਕੇ ਦੇਖ ਲਓ। ਸਾਡੇ ਕੋਲ ਇੱਕ ਇੱਕ ਚੀਜ਼ ਦਾ ਹਿਸਾਬ ਹੈਗਾ। ਗੌਰਵ ਜੀ, ਜਿਹੜੇ ਵਿਕਾਸ ਕਾਰਜ ਹੋਏ ਆ ਗੋਪਾਲ ਮੰਦਰ ਦੇ, ਤੁਹਾਡਾ ਕਿਸ ਤਰ੍ਹਾਂ ਦਾ ਸਹਿਯੋਗ ਹੈ? ਦੇਖੋ ਜੀ, ਜੋ ਵੀ ਸਾਡੇ ਪ੍ਰਧਾਨ ਜੀ ਨੇ ਸਾਡੀ ਜਿਸ ਕੰਮ 'ਚ ਵੀ ਡਿਊਟੀ ਲਾਈ ਹੈ, ਅਸੀਂ ਉੱਥੇ ਖੜੇ ਰਹੇ ਹਾਂ। ਸਰ, 9 ਤਰੀਕ ਨੂੰ ਇਲੈਕਸ਼ਨ ਆ ਰਹੇ ਨੇ ਪ੍ਰਬੰਧਕ ਕਮੇਟੀ ਦੇ, ਤੇ ਮੈਂਬਰ ਕਮੇਟੀਆਂ ਨੂੰ ਕੀ ਬੇਨਤੀ ਕਰਨਾ ਚਾਹੋਗੇ? ਮੈਂਬਰ ਕਮੇਟੀਆਂ ਨੂੰ ਮੈਂ ਇਹੀ ਬੇਨਤੀ ਕਰਨਾ ਚਾਹਾਂਗਾ ਕਿ ਇਹ ਜਿਹੜੇ ਗਲਤ ਪ੍ਰਚਾਰ ਪਾਰਟੀਆਂ, ਦੂਸਰੀ ਪਾਰਟੀਆਂ ਕਰ ਰਹੀਆਂ ਨੇ, ਉਹਨਾਂ ਦੇ ਬਹਿਕਾਵੇ 'ਚ ਨਾ ਆਉਣ। ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਹੀ ਹੈ ਕਿ 3 ਸਾਲ ਪਹਿਲਾਂ ਜਦੋਂ ਇਸ ਕਮੇਟੀ ਨੇ ਚਾਰਜ ਸੰਭਾਲਿਆ ਸੀ, ਉਦੋਂ ਮੰਦਰ ਦੀ ਪੋਜੀਸ਼ਨ, ਕੰਡੀਸ਼ਨ ਕੀ ਸੀ, ਪਰ ਅੱਜ ਕੀ ਹੈ। ਇਸ ਕਮੇਟੀ ਨੇ ਇੰਨਾ ਕੁ ਕੰਮ ਕਰਤਾ ਹੈ ਕਿ ਗੋਪਾਲ ਮੰਦਰ ਦਾ ਨਾਮ ਪੂਰੇ ਅੰਮ੍ਰਿਤਸਰ ਦੇ ਵਿੱਚ ਇੰਨਾ ਮਸ਼ਹੂਰ ਹੋ ਗਿਆ ਕਿ ਜਦੋਂ ਅਸੀਂ ਕਹਿੰਦੇ ਆ ਕਿ ਅਸੀਂ ਗੋਪਾਲ ਮੰਦਰ ਤੋਂ ਆਏ ਆ, ਤੇ ਉਹਨਾਂ ਦੇ ਮੂੰਹ ਅਸੀਂ ਤਾਰੀਫ ਹੀ ਸੁਣ ਰਹੇ ਆ ਕਿ ਗੋਪਾਲ ਮੰਦਰ ਕਮੇਟੀ ਨੇ ਇਸ ਮੰਦਰ ਦੀ ਨੁਹਾਰ ਬਦਲ ਕੇ ਰੱਖ ਦਿੱਤੀ ਹੈ। ਸਰ, ਕਿਹੜੇ ਕੰਮ ਕੀਤੇ ਗਏ ਨੇ? ਕਹਿੰਦੇ ਏਸੀ ਹੋਲ ਬਣਾਏ ਗਏ ਨੇ, ਲੈਬ ਵੀ ਹੈ। ਬਿਲਕੁਲ ਸਰ, ਸਭ ਤੋਂ ਪਹਿਲਾਂ ਅਸੀਂ ਇਹਦਾ ਫਰਸ਼ ਚੇਂਜ ਕਰਾਏ। ਬਹੁਤ ਪੁਰਾਣੇ ਫਰਸ਼ ਸੀ, ਬਿਲਕੁਲ ਨਵੇਂ ਫਰਸ਼
ਅਸੀਂ ਲਾਏ ਨੇ, ਏਸੀ ਹਾਲ ਪਬਲਿਕ ਵਾਸਤੇ ਬਣਾਏ ਗਏ ਨੇ, ਲਿਫਟ ਲਾਈ ਗਈ ਹੈ ਕਿਉਂਕਿ ਅਸੀਂ ਸੈਕੰਡ ਫਲੋਰ ਦੇ ਉੱਤੇ ਇੱਕ ਲੈਬ ਦਾ ਆਧੁਨਿਕ ਲੈਬ ਜਿਹੜੀ ਕਿ ਬਾਜ਼ਾਰ ਨਾਲੋਂ 50% ਡਿਸਕਾਊਂਟ ਤੇ ਅਸੀਂ ਟੈਸਟ ਕਰਵਾਉਂਦੇ ਆ ਉਹ ਲਾਏ। ਉਹਨਾਂ ਲੋਕਾਂ ਵਾਸਤੇ ਜਿਹੜੇ ਸੈਕੰਡ ਫਲੋਰ ਤੇ ਨਹੀਂ ਚੜ ਸਕਦੇ ਸੀ ਉਹਨਾਂ ਵਾਸਤੇ ਅਸੀਂ ਲਿਫਟ ਲਾਈ ਹੈ। ਮੇਰੇ ਖਿਆਲ ਦੇ ਵਿੱਚ ਪੰਜਾਬ ਦੇ ਵਿੱਚ ਇਹੋ ਜਿਹਾ ਕੋਈ ਮੰਦਿਰ ਨਹੀਂ ਹੈ ਫਿਲਹਾਲ ਜਿਹਦੇ ਅੰਦਰ ਕੋਈ ਲਿਫਟ ਲੱਗੀ ਹੋਵੇ। ਦਿੱਲੀ ਤੋਂ ਬਾਅਦ ਅਗਰ ਕੋਈ ਲਿਫਟ ਲੱਗੀ ਹੈ ਤੇ ਇਹ ਗੋਪਾਲ ਮੰਦਿਰ ਅੰਮ੍ਰਿਤਸਰ ਦੇ ਵਿੱਚ ਲੱਗੀ ਹੈ। ਸ਼੍ਰੀ ਗੋਪਾਲ ਮੰਦਿਰ ਦੇ ਵਿਕਾਸ ਕਾਰਜ ਲਈ ਬਣਾਈ ਗਈ 7 ਮੈਂਬਰੀ ਪਰਚੇਸ ਕਮੇਟੀ ਦੇ ਇੱਕ ਮੈਂਬਰ ਸ਼੍ਰੀ ਜਗਦੀਸ਼ ਚੰਦਰ ਸਹਿਗਲ ਜੀ ਸਾਡੇ ਨਾਲ ਰੂਬਰੂ ਹੋਣ ਜਾ ਰਹੇ ਨੇ। ਜਗਦੀਸ਼ ਜੀ, ਮੰਦਿਰ ਦੀ ਬਣਾਈ ਹੋਈ ਪਰਚੇਸ ਕਮੇਟੀ ਦੇ ਕੁਝ ਮੈਂਬਰਾਂ ਵੱਲੋਂ ਮੰਦਿਰ ਦੇ ਵਿਕਾਸ ਕਾਰਜ ਵਿੱਚ ਧਾਂਦਲੀ ਹੋਣ ਦੀ ਚਰਚਾ ਕੀਤੀ ਗਈ ਹੈ, ਇਸ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਇਹਦੇ 'ਚ ਕੋਈ ਧਾਂਦਲੀ ਨਹੀਂ ਕੀਤੀ ਗਈ। ਕੰਮ ਜਦੋਂ ਮੰਦਿਰ ਸ਼ੁਰੂ ਹੋਣ ਤੋਂ ਪਹਿਲਾਂ 7 ਮੈਂਬਰੀ ਕਮੇਟੀ ਬਣਾਈ ਗਈ ਸੀ, ਜਿੰਦਾ ਮੈਂਬਰ ਮੈਂ ਵੀ ਹੈਗਾ ਸੀ। ਅਸੀਂ ਵੱਖਰੀ ਵੱਖਰੀ ਦੁਕਾਨਾਂ ਤੋਂ ਜਾ ਕੇ ਵੱਖਰਾ ਵੱਖਰਾ ਜਿਹੜਾ ਸਮਾਨ ਲਿਆਉਣਾ ਸੀ ਉਹ ਸਮਾਨ ਦਾ ਮਤਲਬ ਪਤਾ ਕਰਕੇ ਅਸੀਂ ਤੇ ਆ ਕੇ ਅਸੀਂ ਕੰਪੈਕਟ ਸਟੇਟਮੈਂਟ ਬਣਾਈ ਉਹਨਾਂ ਦੀ ਵੀ ਇਹ ਮਤਲਬ ਕੰਮ ਜਿਹੜਾ ਹੈਗਾ ਇਹ ਫਲਾਣੇ ਠੇਕੇ ਮਤਲਬ ਫਲਾਣੀ ਦੁਕਾਨ ਨੂੰ ਦਿੱਤਾ ਜਾਵੇ ਕਿਉਂਕਿ ਉਹਨਾਂ ਦਾ ਰੇਟ ਜਿਹੜਾ ਹੈਗਾ ਉਹ ਘੱਟ ਹੈਗਾ। ਉਹ ਜਦੋਂ ਕੰਪੈਕਟ ਸਟੇਟਮੈਂਟ ਬਣਾਈ ਗਈ ਤੇ ਉਹਦੇ ਤੇ ਸਾਰਿਆਂ ਦੇ ਅਸੀਂ ਮੈਂਬਰਾਂ ਨੇ ਸਾਈਨ ਕੀਤੇ ਤੇ ਉਸ ਦੁਕਾਨ ਤੇ ਜਾ ਕੇ ਜਿੰਦਾ ਘੱਟ ਹੈਗਾ ਸੀ ਅਸੀਂ ਉਹਨੂੰ ਡਾਕੂਮੈਂਟ ਦੇ ਦਿੱਤੇ ਵੀ ਅੱਜ ਤੋਂ ਬਾਅਦ ਜਿਹੜਾ ਪੱਥਰ ਜਾਂ ਕੋਈ ਪਲਾਈ ਜਾਂ ਕੋਈ ਬਿਜਲੀ ਦਾ ਕੰਮ ਜਾਂ ਕੋਈ ਸੈਂਟਰੀ ਦਾ ਕੰਮ ਇਹ ਜਿਹੜਾ ਹੈਗਾ ਤੁਹਾਡੀ ਦੁਕਾਨ ਤੋਂ ਲਿੱਤਾ ਜਾਏਗਾ। ਉਸ ਤੋਂ ਬਾਅਦ ਅਸੀਂ ਕੀ ਕੀਤਾ, ਸਾਰਾ ਸਮਾਨ ਕੰਮ ਸਮਾਨ ਆਉਣ ਤੋਂ ਬਾਅਦ ਅਸੀਂ ਮਤਲਬ ਕਿ ਠੇਕੇਦਾਰ ਜਿਹੜੇ ਕੰਮ ਕਰਨ ਵਾਲੇ ਹੈਗੇ ਨੇ ਉਹਨਾਂ ਕੋਲੋਂ ਮਤਲਬ ਕਿ ਪੁੱਛਿਆ ਕਿ ਤੁਸੀਂ ਇਹ ਕੰਮ ਕਰਨ ਦਾ ਕੀ ਲਓਗੇ। ਉਹ ਆਰਕੀਟੈਕਟ ਐਰਾ ਵਗੈਰਾ ਕੋ ਅਸੀਂ ਸਾਰਾ ਪੁੱਛਿਆ। ਉਹ ਕਹਿੰਦੇ ਵੀ ਅਸੀਂ ਜਿਹੜਾ ਕੰਮ ਕਰਨ ਦਾ ਜ਼ਿਆਦਾ ਪੈਸੇ ਲਵਾਂਗੇ ਕਿਉਂਕਿ ਸਾਡੇ ਤੇ GST ਲੱਗਦੀ ਹੈ, ਸਾਡਾ ਆਪਣਾ ਪ੍ਰੋਫਿਟ ਹੈਗਾ ਤੇ ਮੰਦਿਰ ਦੀ ਖਾਤਰ ਅਸੀਂ ਜੇ ਤੁਹਾਨੂੰ ਮਤਲਬ ਕਿ ਦੂਜੇ ਸਬ ਕੰਟਰੈਕਟਰ ਜਿਹੜੇ ਦੇ ਸਕਦੇ ਹੈਗੇ ਆ। ਅਸੀਂ ਸਬ ਕੰਟਰੈਕਟਰਾਂ ਕੋਲ ਗਏ, ਉਹਨਾਂ ਸੰਪਰਕ ਕੀਤਾ, ਉਹਨਾਂ ਕੋਲ ਜਿਨ੍ਹਾਂ ਦਾ ਰੇਟ ਸਭ ਤੋਂ ਘੱਟ ਹੈਗਾ ਸੀ ਅਸੀਂ ਉਹਨਾਂ ਦੇ ਲਿਆ। ਉਹ ਅਸੀਂ ਉਹਨਾਂ ਦੀ ਕੰਪੈਰੇਟਿਵ ਸਟੇਟਮੈਂਟ ਬਣਾਈ ਤੇ ਉਹ ਅਸੀਂ ਜਿਹੜਾ ਕੰਮ ਜਿਹੜਾ ਸ਼ੁਰੂ ਕੀਤਾ ਉਹਨਾਂ ਦੀ ਜਿਹੜੀ ਪੇਮੈਂਟ ਜਿਹੜੀ ਹੈਗੀ ਹੈ ਉਹ ਅਸੀਂ ਟਾਈਮ ਟੂ ਟਾਈਮ ਮੇਜਰਮੈਂਟ ਕਰਕੇ ਜਿਨ੍ਹਾਂ ਵਿੱਚ ਮੈਂ ਤੇ ਮਤਲਬ ਕਿ ਸਾਡੇ ਵਿਨੋਦ ਆਨੰਦ ਜੀ ਤੇ ਉਹ ਜਿਹੜਾ ਠੇਕੇਦਾਰ ਹੈਗਾ ਤਿੰਨਾਂ ਕੋਲੋਂ ਵੱਖਰੀ ਵੱਖਰੀ ਮੇਜਰਮੈਂਟ ਜਿਹੜੀ ਲਈ। ਉਹ ਮੇਜਰਮੈਂਟ ਜਿਹੜੀ ਹੈਗੀ ਸੀ ਅਸੀਂ ਆਪਣੇ ਨਾਲ ਟੈਲੀ ਕੀਤੀ ਮਤਲਬ ਕਿ ਤੇ ਮੌਕੇ 'ਤੇ ਸਾਰੀ ਚੈੱਕ ਕੀਤੀ। ਜਿਹਦੀ ਮੇਜਰਮੈਂਟ ਜਿਹੜੀ ਸੀ ਮੇਜਰਮੈਂਟ ਸਹੀ ਹੋਣ ਤੋਂ ਬਾਅਦ ਅਸੀਂ ਉਹਨਾਂ ਨੂੰ ਜਿਹੜੀ ਇਹ ਪੇਮੈਂਟ ਜਿਹੜੀ ਇਹ ਬਣਾ ਕੇ ਦੇ ਦਿੱਤੀ। ਇਸੇ ਤਰ੍ਹਾਂ ਸਮਾਨ ਦੀ ਜਿਹੜੀ ਹੈਗੀ ਹੈ ਉਹ ਵੀ ਜਿਹੜੀ ਹੈਗੀ ਹੈ ਇਹ 7 ਮੈਂਬਰੀ ਕਮੇਟੀ ਦੇ ਮੁਤਾਬਕ ਜਿਹੜਾ ਹੈ ਉਹ ਹੋਈ ਹੈ। ਇਹਦੇ 'ਚ ਕੋਈ ਘਪਲਾ ਨਹੀਂ ਹੋਇਆ ਹੈਗਾ। ਠੀਕ ਹੈ ਸਰ, ਜਿਹੜਾ 2020 ਤੋਂ ਲੈ ਕੇ 2022 ਦੇ ਮੰਦਿਰ ਦੀ ਕਾਰਜਕਾਰੀ ਬਾਰੇ ਕੀ ਕਹੋਗੇ? ਕੀ ਨਵੇਂ ਉਪਰਾਲੇ ਕੀਤੇ ਗਏ ਨੇ 2 ਸਾਲ? ਜਦੋਂ ਅਸੀਂ ਜਿਹੜਾ ਕੰਮ ਸ਼ੁਰੂ ਕੀਤਾ ਉਹਦੇ ਵਿੱਚ ਸਭ ਤੋਂ ਪਹਿਲਾਂ ਸਾਨੂੰ ਮਤਲਬ ਕਿ ਪੈਸੇ ਦੀ ਜ਼ਰੂਰਤ ਪਈ। ਇਹ ਪੈਸੇ ਦੀ ਜਿਹੜੇ ਸਾਡੇ ਪ੍ਰਧਾਨ ਜੀ ਜਿਹੜੇ ਹੈਗੇ ਨੇ ਕਾਸ਼ ਕਰਨ, ਮੈਂ ਸਾਡੇ ਜਿਹੜੇ ਪੰਡਤ ਦਿਨੇਸ਼ ਜੀ ਹੈਗੇ ਨੇ, ਸੁਨੀਲ ਆਨੰਦ ਜੀ ਹੈਗੇ ਨੇ ਤੇ ਹੋਰ ਮਤਲਬ 1-2 ਬੰਦੇ ਨੂੰ ਲੈ ਕੇ ਅਸੀਂ ਮਤਲਬ ਕਿ ਲੋਕਾਂ ਦੇ ਘਰ ਜਾਣਾ ਸ਼ੁਰੂ ਕਰ ਦਿੱਤਾ ਤੇ ਲੋਕਾਂ ਨੂੰ ਦੱਸਿਆ ਵੀ ਅਸੀਂ ਇਹ ਕੰਮ ਕਰਨ ਜਾ ਰਹੇ ਹੈਗੇ ਹਾਂ। ਕਿਹੜੇ ਕੰਮ ਹੋਏ ਆ? ਉਹ ਜਿਹੜੇ ਕੰਮ ਸਾਡੇ ਸਭ ਤੋਂ ਪਹਿਲਾਂ ਸਾਡੇ ਮੰਦਿਰ ਦਾ ਫਰਸ਼ ਜਿਹੜਾ ਹੈਗਾ ਸੀ ਉਹ ਬੜਾ ਖਰਾਬ ਹੈਗਾ ਸੀ ਤੇ ਪਾਣੀ ਦੀ ਨਿਕਾਸੀ ਕਿਤੇ ਨਾ ਹੋਣ ਕਰਕੇ ਪਾਣੀ ਵੀ ਅੰਦਰ ਚਲ ਜਾਂਦਾ ਹੈਗਾ ਸੀ ਕਿਉਂਕਿ ਉਹ ਫਰਸ਼ ਦਾ ਲੈਵਲ ਜਿਹੜਾ ਸਹੀ ਨਹੀਂ ਸੀਗਾ ਤੇ ਫਰਸ਼ ਦੇ ਥਾਂ ਤੋਂ ਟੁੱਟਿਆ ਹੋਇਆ ਸੀ। ਸਾਰਿਆਂ ਜਿਹੜਾ ਵੀ ਕੰਮ ਕਰਾਇਆ ਗਿਆ ਇਹ ਸਾਰੀ ਜਿਹੜੇ ਇਹਨੇ ਕਮੇਟੀ ਜਿਹੜੀ ਮੰਦਿਰ ਦੀ ਪ੍ਰਬੰਧਕ ਕਮੇਟੀ ਹੈਗੀ ਜਿਹਦੇ 7 ਮੈਂਬਰੀ ਕਮੇਟੀ, ਇਹ 2 ਫਾਈਨਾਂਸ ਮਤਲਬ ਕਿ ਇੱਕ ਸੈਕਟਰੀ ਤੇ ਇੱਕ ਪ੍ਰਧਾਨ ਜੀ, ਹੋਰ ਜਿਹੜੇ ਮੈਂਬਰ ਜਿਹੜੇ ਹੈਗੇ ਸੀ 20-25 ਮੈਂਬਰ ਜਿਹੜੇ ਸਾਡੇ ਹੈਗੇ ਸੀ ਐਗਜ਼ੈਕਟਿਵ ਮੈਂਬਰ, ਉਹਨਾਂ ਨੂੰ ਸਾਰਿਆਂ ਨੂੰ ਲਿਆ ਕੇ ਤੇ ਸਲਾਹ ਕਰਕੇ ਵੀ ਅਸੀਂ ਇਹ ਕੰਮ ਜਿਹੜੇ ਹੈਗੇ ਨੇ ਕਰਾਣੇ ਹੈਗੇ ਨੇ ਤੇ ਅਸੀਂ ਇਹਨਾਂ ਵੱਲ ਪੈਸਾ ਜ਼ਰੂਰ ਹੈਗਾ। ਸਰ ਕਿਹਾ ਜਾ ਰਿਹਾ ਹੈ ਕਿ 2 ਏਸੀ ਹਾਲ ਵੀ ਬਣਾਏ ਗਏ। ਹਾਂ, 2 ਏਸੀ ਇਹਦੇ 'ਚ ਅਸੀਂ ਕੀ ਕੀਤਾ, ਇਹਦੇ 'ਚ ਮਤਲਬ ਕਿ ਕੋਈ 5 ਬਾਥਰੂਮ ਨਵੇਂ ਬਣਾਏ ਗਏ ਨੇ, 4 ਬਾਥਰੂਮ ਰੈਨੋਵੇਟ ਕੀਤੇ ਗਏ ਹੈਗੇ ਨੇ, ਇੱਕ ਰਸੋਈ ਬਣਾਈ ਗਈ ਹੈ। ਰਸੋਈ ਜਿਹੜੀ ਅਸੀਂ ਉੱਪਰ ਲੈ ਕੇ ਗਏ ਹਾਂ। ਸੀਨੀਅਰ ਸਿਟੀਜ਼ਨ ਵਾਸਤੇ ਅਸੀਂ ਜਿਹੜੀ ਲਿਫਟ ਲਗਾਈ ਗਈ ਹੈ ਤਾਂ ਕਿ ਮਤਲਬ ਕਿ ਉਹਨਾਂ ਨੂੰ ਅਪਰੋਚ ਕਰ ਸਕੇ। ਲੈਬੋਰਟਰੀ ਬਣਾਈ ਉੱਪਰ, ਉਹਦੇ ਵਿੱਚ ਮਤਲਬ ਕਿ ਲੇਟੈਸਟ ਜਿਹੜਾ ਹੈਗਾ ਟੈਕਨੀਕ ਦੀਆਂ ਮਸ਼ੀਨਾਂ ਜਿਹੜੀਆਂ ਲਿਆਈ ਗਈਆਂ, ਜਿਹੜੀਆਂ ਮਸ਼ੀਨਾਂ ਲਿਆਈ ਗਈਆਂ ਉਹ ਸਾਰੇ ਪਹਿਲਾਂ ਡਾਕਟਰਾਂ ਨੂੰ ਕੰਸਲਟ ਕਰਕੇ ਲਿਆਇਆ ਗਿਆ, ਜਿਹੜੇ ਕੋਈ ਉਹਨਾਂ ਦੇ ਕੰਮ ਕੀਤੇ ਨੇ, ਜੋ ਕੋਈ ਕੈਬਨ ਕੁਬਨ ਬਣਾਏ ਨੇ, ਜੋ ਵੀ ਵਿਵਸਥਾ ਕੀਤੀ ਬਾਥਰੂਮ ਵਿੱਚ ਬਣਾਏ ਨੇ, ਉਹਨਾਂ ਦੇ ਮਤਲਬ ਲੋਕਾਂ ਵਾਸਤੇ ਸਹੂਲਤਾਂ ਵਾਸਤੇ ਸਾਰਾ ਕੁਝ ਕੀਤਾ ਹੈ।
ਸਰ 9 ਤਰੀਕ ਨੂੰ ਇਲੈਕਸ਼ਨ ਆ ਰਹੇ ਨੇ ਮੰਦਰ ਦੀ ਕਮੇਟੀ ਦੇ ਤੇ ਮੈਂਬਰਾਂ ਨੂੰ ਕੀ ਬੇਨਤੀ ਕਰਨਾ ਚਾਹੁੰਦੇ? ਮੈਂਬਰਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਵੀ ਜੋ ਤੁਸੀਂ ਤੁਹਾਡੇ ਸਾਹਮਣੇ ਕੰਮ ਹੋਏ ਨੇ, ਕੰਮ ਜਦ ਤੁਹਾਡਾ ਮਤਲਬ ਕਿ ਕਰਾਏ ਗਏ ਨੇ, ਇਹਨਾਂ ਤੁਸੀਂ ਦੇਖਦੇ ਹੋਏ ਤੇ ਉਹ ਜਿਹੜੇ ਸਾਡੇ ਹੈਗੇ ਨੇ ਸੱਚ ਦਾ ਤੁਸੀਂ ਸਾਥ ਦਿਓ ਤੇ ਕਿਸੇ ਕੋਈ ਦੂਰ ਪ੍ਰਚਾਰ ਤੋਂ ਮਤਲਬ ਕਿ ਬਚੋ। ਤੁਸੀਂ ਅਜੇ ਵੀ ਸਾਡੇ ਕੋਲ ਸਾਰੇ ਡਾਕੂਮੈਂਟ ਹੈਗੇ ਨੇ, ਕਾਗਜ਼ ਪੱਤਰ ਜੋ ਵੀ ਹੈਗੇ ਉਹ ਜਿਹੜੇ ਹੋਏ ਨੇ ਉਹਨਾਂ ਤੁਸੀਂ ਚੈੱਕ ਕਰ ਸਕਦੇ ਹੋ।